ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਆਪ ਜੀ ਜੁੜ ਚੁੱਕੇ ਹੋ ਇਸ ਸ਼ਾਮ ਦੀ ਗੁਰਬਾਣੀ ਸੰਥਿਆ ਦੀ ਕਲਾਸ ਦੇ ਵਿੱਚ, ਜਿਸ ਵਿੱਚ ਅਸੀਂ ਜਪਜੀ ਸਾਹਿਬ ਦੀ ਸੰਥਿਆ ਤੇ ਵਿਆਖਿਆ ਜੋ ਹੈ ਆਰੰਭ ਕੀਤੀ ਸੀ, ਤੇ ਅੱਜ ਅਸੀਂ ਇਸ ਜਪਜੀ ਸਾਹਿਬ ਦੀ ਜੋ ਵਿਆਖਿਆ ਹੈ ਉਸ ਦੀ ਆਪਾਂ 37ਵੀਂ ਪੌੜੀ ਅੱਜ ਜਿਹੜੀ ਹੈ ਉਹ ਵਿਚਾਰਨੀ ਹੈ। ਤੇ ਉਹਦੇ ਨਾਲ ਹੀ ਜਿੱਥੇ ਆਪਾਂ ਇਹ 37ਵੀਂ ਪੌੜੀ ਆਰੰਭ ਕਰਨੀ ਹੈ, ਉੱਥੇ ਆਪਾਂ ਇਹ ਦੋ ਖੰਡ ਜਿਹੜੇ ਆਪਣੇ ਰਹਿ ਗਏ ਆ ਉਹਨਾਂ ਦੀ ਵਿਚਾਰ ਕਰਨੀ ਹੈ। ਤਿੰਨ ਖੰਡ ਆਪਾਂ ਕਰ ਚੁੱਕੇ ਆ, ਧਰਮ ਖੰਡ, ਗਿਆਨ ਖੰਡ ਤੇ ਸਰਮ ਖੰਡ। ਅੱਜ ਆਪਾਂ ਕਰਮ ਖੰਡ ਦੀ ਵਿਚਾਰ ਆਰੰਭ ਕਰਨੀ ਹੈ, ਤੇ ਫਿਰ ਸੱਚਖੰਡ, ਫਿਰ ਉਸ ਤੋਂ ਬਾਅਦ ਜੱਤ ਪਹਾੜਾ ਵਾਲੀ ਪੌੜੀ, ਤੇ ਫਿਰ ਸ਼ਲੋਕ ਹੈ। ਫਿਰ ਆਪਾਂ ਜਪਜੀ ਸਾਹਿਬ ਦੀ ਸਮਾਪਤੀ ਜਿਹੜੀ ਉਹ ਕਰਨੀ ਹੈ। ਸੋ ਜ਼ਿਆਦਾ ਸਮਾਂ ਨਾ ਲਈਏ, ਸੰਗਤ ਜੁੜ ਚੁੱਕੀ ਹੈ ਤੇ ਆਪਾਂ ਇਸ ਪੌੜੀ ਦੀ ਆਰੰਭਤਾ ਕਰਦੇ ਹਾਂ। ਆਪ ਜੀ ਦੀ ਸਕਰੀਨ ਦੇ ਉੱਤੇ ਜੋ ਪੌੜੀ ਆ ਰਹੀ ਹੈ ਕਰਮ ਖੰਡ ਦੀ, ਆਪ ਜੀ ਨੇ ਧਿਆਨ ਦੇਣਾ ਇਸ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਕਰਮ ਖੰਡ ਕੀ ਬਾਣੀ ਜੋਰ। ਬਾਣੀ ਦਾ ਅਰਥ ਜਿਹੜਾ ਹੈ ਬਨਾਵਟ ਕੀਤਾ ਸੀ ਆਪਾਂ, ਕਿ ਇਸ ਖੰਡ ਦੀ ਬਨਾਵਟ ਕਿਵੇਂ ਦੀ ਹੈ। ਪਿੱਛੇ ਆਪਾਂ ਸਰਮ ਖੰਡ ਕੀ ਬਾਣੀ ਰੂਪ ਆਇਆ ਸੀ ਸ਼ਬਦ, ਉਸ ਜਗ੍ਹਾ ਦੇ ਉੱਤੇ ਆਪਾਂ ਇਹ ਵਿਆਖਿਆ ਕੀਤੀ ਸੀ ਕਿ ਜੋ ਕਰਮ ਖੰਡ ਦੀ ਜੋ ਰੂਪ ਹੈ, ਕਰਮ ਖੰਡ ਦੀ ਬਨਾਵਟ ਹੈ, ਉਹ ਬੜੀ ਸੁੰਦਰ ਹੈ। ਹੁਣ ਇਸ ਸਰਮ ਖੰਡ ਦੀ ਬਨਾਵਟ ਬਹੁਤ ਸੁੰਦਰ ਹੈ, ਤੇ ਹੁਣ ਇਹ ਕਰਮ ਖੰਡ ਦੀ ਗੱਲ ਸਤਿਗੁਰੂ ਕਰਦੇ ਆ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਜਿਹੜੇ ਕਰਮ ਖੰਡ ਦੇ ਵਿੱਚ ਵਿਚਰਨ ਵਾਲੇ ਆ, ਉਸ ਕਰਮ ਖੰਡ ਦੀ ਜਿਹੜੀ ਬਨਾਵਟ ਹੈ ਉਹ ਬਲ ਵਾਲੀ ਹੈ, ਤਾਕਤ ਵਾਲੀ ਹੈ। ਜ਼ੋਰ, ਜ਼ੋਰ ਦਾ ਹੁੰਦਾ ਅਰਥ ਹੁੰਦਾ ਤਾਕਤ, ਕਿ ਉੱਥੋਂ ਦੀ ਬਨਾਵਟ ਜਿਹੜੀ ਉਹ ਬਲਸ਼ਾਲੀ ਹੈ, ਉੱਥੇ ਜ਼ੋਰ ਹੈ। ਉਹ ਮਨੁੱਖ ਪ੍ਰਮਾਤਮਾ ਨਾਲ ਜੁੜੇ ਰਹਿੰਦੇ ਆ ਬਲ ਦੇ ਨਾਲ, ਪ੍ਰਮਾਤਮਾ ਵੱਲੋਂ ਦਿੱਤੇ ਬਲ ਦੇ ਨਾਲ। ਤੇ ਇਹਦੇ ਨਾਲ ਹੀ ਇਸ ਬਾਣੀ ਦਾ ਅਰਥ ਬੋਲੀ ਵੀ ਕੀਤਾ ਗਿਆ ਹੈ। ਫਰੀਦਕੋਟ ਵਾਲੇ ਟੀਕੇ ਦੇ ਵਿੱਚ ਇਹਦਾ ਅਰਥ ਜਿਹੜਾ ਹੈ ਬੋਲੀ ਕੀਤਾ ਗਿਆ ਹੈ। ਤੇ ਉਹ ਕਹਿੰਦੇ ਕਿ ਕਰਮ ਖੰਡ ਕੀ ਬਾਣੀ ਜ਼ੋਰ ਤੋਂ ਭਾਵ ਹੈ ਕਿ ਜਿਹੜੇ ਮਨੁੱਖ ਕਰਮ ਖੰਡ ਦੇ ਵਿੱਚ ਵਿਚਰਦੇ ਆ, ਉਹ ਮਨੁੱਖਾਂ ਦੀ ਜਿਹੜੀ ਬਾਣੀ ਹੈ
ਜਿਹੜੇ ਬਚਨ ਹਨ ਉਹ ਪੱਕੇ ਹੁੰਦੇ ਆ। ਭਾਵ ਉਹ ਕਿਸੇ ਨੂੰ ਵੀ ਕੋਈ ਵੀ ਗੱਲ ਕਹਿੰਦੇ ਆ, ਉਹ ਵਰ ਦੇਣ, ਸ਼ਰਾਪ ਦੇਣ, ਉਹਨਾਂ ਦਾ ਉਹ ਪੱਕਾ ਹੀ ਹੁੰਦਾ ਹੈ। ਭਾਵ ਉਹਨਾਂ ਦੀ ਬਾਣੀ ਜ਼ੋਰ ਬਲ ਵਾਲੀ ਹੁੰਦੀ ਹੈ। ਉਹ ਜਿਹਨੂੰ ਵੀ ਬਚਨ ਕਹਿ ਦਿੰਦੇ ਉਹ ਸੰਪੂਰਨ ਹੋ ਜਾਂਦਾ। ਇਸ ਤਰ੍ਹਾਂ ਉਹਨਾਂ ਨੇ ਲਿਖਿਆ ਹੈ। ਤੇ ਆਪਾਂ ਬਣਾਵਟ ਇੱਥੇ ਸ਼ਬਦ ਵਰਤਦੇ ਹਾਂ ਕਿ ਜੋ ਇੱਥੋਂ ਦੀ ਬਣਾਵਟ ਕਿਵੇਂ ਦੀ ਹੈ, ਕਰਮਖੰਡ ਦੀ ਜ਼ੋਰ ਜਿਹੜੀ ਇਹਦੀ ਬਣਾਵਟ ਹੈ। ਕਰਮਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਉਸ ਜਗ੍ਹਾ ਦੇ ਉੱਤੇ ਹੋਰ ਕੋਈ ਨਹੀਂ ਹੈ। ਭਾਵ ਵਿਕਾਰੀ ਮਨੁੱਖ, ਵਿਕਾਰੀ ਬਿਰਤੀ ਵਾਲੇ ਜਿਹੜੇ ਹਨ, ਜਿਹੜੇ ਕਰਮ ਭੋਗਦੇ ਹਨ, ਉਹ ਮਨੁੱਖ ਇਸ ਜਗ੍ਹਾ ਦੇ ਉੱਤੇ ਨਹੀਂ ਹਨ। ਤਿੱਥੈ ਹੋਰ ਨਾ ਕੋਈ ਹੋਰ। ਤੇ ਫਿਰ ਉੱਥੇ ਹੈ ਕੌਣ? ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ ਤੀਸਰੀ ਪੰਕਤੀ ਦੇ ਵਿੱਚ, ਤਿੱਥੈ ਜੋਧ ਮਹਾਬਲ ਸੂਰ। ਉਸ ਜਗ੍ਹਾ ਦੇ ਉੱਤੇ ਸੂਰਮੇ ਵਸਦੇ ਆ, ਯੋਧੇ ਵਸਦੇ ਆ, ਮਹਾਬਲੀ ਸੂਰਮੇ ਜਿਹੜੇ ਹੁੰਦੇ ਆ, ਉਹ ਇਸ ਖੰਡ ਦੇ ਵਿੱਚ, ਕਰਮ ਖੰਡ ਦੇ ਵਿੱਚ ਵਸਦੇ ਆ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਕਰਮ ਖੰਡ ਹੈ, ਇਹਦੀ ਬਾਣੀ, ਇਹਦੀ ਬਣਾਵਟ ਜਿਹੜੀ ਹੈ ਜ਼ੋਰ ਹੈ, ਤਾਕਤ ਹੈ। ਇੱਥੇ ਹੋਰ ਕੋਈ ਨਹੀਂ ਵਸਦਾ। ਇਸ ਜਗ੍ਹਾ ਦੇ ਉੱਤੇ ਯੋਧੇ ਸੂਰਮੇ ਜਿਹੜੇ ਹਨ ਉਹ ਵਸਦੇ ਆ। ਹੁਣ ਸਤਿਗੁਰਾਂ ਨੂੰ ਪੁੱਛੀਏ ਕਿ ਸੂਰਮਾ ਹੁੰਦਾ ਕੌਣ ਆ? ਦੋ ਤਰ੍ਹਾਂ ਦੀਆਂ ਜੰਗਾਂ ਹਨ। ਇੱਕ ਸਾਡੇ ਅੰਦਰ ਚੱਲਦੀ ਹੈ ਜੰਗ, ਤੇ ਇੱਕ ਜਿਹੜੀ ਹੈ, ਇੱਕ ਜੰਗ ਜਿਹੜੀ ਹੈ ਉਹ ਅਸੀਂ ਬਾਹਰ ਲੜਦੇ ਹਾਂ। ਦੋ ਤਰ੍ਹਾਂ ਦੀਆਂ ਜੰਗਾਂ ਹੁੰਦੀਆਂ। ਤੇ ਇੱਥੇ ਗੱਲ ਵਿਚਾਰਨਯੋਗ ਆ ਕਿ ਕਈ ਵਾਰੀ ਮਨੁੱਖ ਬਾਹਰ ਦੇ ਬੜਾ ਤਾਕਤ ਵੱਲ ਹੁੰਦਾ, ਬੜੇ ਬਲ ਵਾਲਾ ਹੁੰਦਾ, ਜਦੋਂ ਕਿਸੇ ਦੇ ਨਾਲ ਲੜਦਾ ਉੱਥੇ ਜਿੱਤ ਸਕਦਾ, ਪਰ ਮਨ ਦੇ ਕੋਲੋਂ ਜਿੱਤਣਾ ਬੜਾ ਔਖਾ ਹੈ। ਬਾਹਰ ਤੇ ਕੋਈ ਵੀ ਕਿਸੇ ਤੋਂ ਜਿੱਤ ਸਕਦਾ ਹੈ। ਅਸਲ 'ਚ ਬਾਹਰਲੀਆਂ ਜੰਗਾਂ ਜਿੱਤਣ ਵਾਲੇ ਕਈ ਵਾਰੀ ਆਪਣੇ ਮਨ ਕੋਲੋਂ ਜੰਗ ਹਾਰ ਜਾਂਦੇ ਆ। ਤੇ ਇਸੇ ਕਰਕੇ ਸਤਿਗੁਰਾਂ ਨੇ ਇਸ ਜਗ੍ਹਾ ਦੇ ਉੱਤੇ ਯੋਧੇ ਤੇ ਮਹਾਬਲੀ ਸੂਰਮਿਆਂ ਦੀ ਗੱਲ ਕੀਤੀ ਹੈ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਸੂਰਮਾ ਹੈ ਕੌਣ? ਸੂਰਾ ਹੈ ਕੌਣ? ਯੋਧਾ ਹੈ ਕੌਣ? ਸਤਿਗੁਰ ਕਹਿੰਦੇ ਆ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਸੰਗ ਤਿੱਥੈ ਜੋਧ ਮਹਾਬਲ ਸੂਰ। ਉਸ ਜਗ੍ਹਾ ਦੇ ਉੱਤੇ ਉਹ ਯੋਧੇ ਤੇ ਸੂਰਮੇ ਹੁੰਦੇ ਆ, ਜਿਹੜੇ ਸਹਿਜ ਸਮਾਵਨ ਸੰਗ, ਜਿਹੜੇ ਸੰਗ ਰਹਿੰਦੇ ਆ ਅਕਾਲ ਪੁਰਖ ਦੇ। ਉਸ ਜਗ੍ਹਾ ਦੇ ਉੱਤੇ ਸੂਰਮੇ ਵਸਦੇ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸੁੰਦਰ ਸੋਈਆ ਹੈ ਇਸੇ ਦੇ ਬਾਬਤ, ਕਿ ਜਿਹੜੇ ਸੂਰਮੇ ਹੁੰਦੇ ਉਹ ਕਿਵੇਂ ਆਪਣੇ ਅੰਦਰ ਦੀ ਜੰਗ ਨੂੰ ਲੜਦੇ ਆ। ਸਤਿਗੁਰੂ ਬਖਸ਼ਿਸ਼ ਕਰਦੇ ਆ, ਧਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਤੇ ਮੁਖੋਂ ਹਰੀ ਦਾ ਨਾਮ ਜਪੇ ਤੇ ਚਿੱਤ ਵਿੱਚ ਯੁੱਧ ਵਿਚਾਰੇ, ਯੁੱਧ ਦੀ ਵਿਚਾਰ ਲੈ ਕੇ ਆਵੇ, ਵਿਕਾਰਾਂ ਨਾਲ ਲੜਨ ਦੀ ਸਮਰੱਥਾ ਉਹ ਰੱਖਦਾ ਹੋਵੇ। ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜੇ ਭਵ ਸਾਗਰ ਤਾਰੇ। ਇਸ ਦੇਹ ਨੂੰ, ਇਸ ਸਰੀਰ ਨੂੰ ਦੇਹ ਅਨਿਤ ਨਾ ਨਿਤ ਰਹਿ, ਇਹ ਜਾਣੇ ਕਿ ਜਿਹੜੀ ਦੇਹ ਸਦਾ ਨਹੀਂ ਰਹਿਣੀ। ਜਸ ਨਾਵ ਚੜੇ ਭਵ ਸਾਗਰ ਤਾਰੇ, ਜਸੀ ਹਰੀ ਦੇ ਜਸ ਦਾ ਨਾਮ ਜਿਹੜੇ ਆ, ਹਰੀ ਦੇ ਜਸ ਦੀ, ਪ੍ਰਮਾਤਮਾ ਦੇ ਜਸ ਦੀ ਜਿਹੜੀ ਬੇੜੀ ਹੈ ਨਾ, ਉਹਦੇ ਉੱਤੇ ਸਵਾਰ ਹੋ ਕੇ ਭਵ ਸਾਗਰ ਤੋਂ ਪਾਰ ਹੋਵੇ। ਦੇਹ ਅਨਿਤ ਨ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੇ। ਆਪਣੀ ਬੁੱਧ ਨੂੰ ਰਸ਼ਨਾਵੇ, ਧੀਰਜ ਧਾਮ ਬਣਾਏ ਇਹ ਤਨ, ਆਪਣੇ ਤਨ ਦੇ ਵਿੱਚ ਧੀਰਜ ਲੈ ਕੇ ਆਵੇ। ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਉ ਦੀਪਕ ਜਿਉ ਉਜਿਆਰੇ। ਗਿਆਨਹਿ ਕੀ ਵੱਡਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੀ। ਜਿਵੇਂ ਬੌਕਰ ਦੇ ਨਾਲ, ਝਾੜੂ ਦੇ ਨਾਲ ਅਸੀਂ ਆਪਣੇ ਘਰ ਚੋਂ ਗੰਦਗੀ ਕੱਢਦੇ ਆ ਨਾ, ਸਤਿਗੁਰੂ ਬਖਸ਼ਿਸ਼ ਕਰਦੇ ਆ ਇਸ ਤਰ੍ਹਾਂ ਦਾ ਯੋਧਾ ਹੋਵੇ ਜਿਹੜਾ ਵਿਕਾਰਾਂ ਨੂੰ ਆਪਣੇ ਅੰਦਰੋਂ ਕੱਢ ਦੇਵੇ। ਗਿਆਨੇ ਕੀ ਵੱਡਣੀ, ਗਿਆਨ ਦੀ ਜਿਹੜੀ ਬੌਕਰ ਲੈ ਕੇ, ਗਿਆਨ ਦਾ ਝਾੜੂ ਲੈ ਕੇ ਇਹ ਵਿਕਾਰਾਂ ਨੂੰ ਆਪਣੇ ਅੰਦਰੋਂ ਕੱਢ ਦੇਵੇ। ਗਿਆਨ ਕੀ ਵੱਡਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ, ਬਾਹਰ ਕੱਢ ਦੇਵੇ ਸਾਰੇ।
ਇਹੋ ਜਿਹਾ ਜਿਹੜਾ ਹੈ ਸੂਰਮਾ, ਇਹੋ ਜਿਹਾ ਇੱਕ ਯੋਧਾ ਜਿਹੜਾ ਹੋਣਾ ਚਾਹੀਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਇੱਥੇ ਯੋਧਿਆਂ ਦੀ ਗੱਲ ਕੀਤੀ ਹੈ ਕਿ ਤਿੱਥੈ ਜੋਧ ਮਹਾਬਲ ਸੂਰ। ਉਸ ਜਗ੍ਹਾ ਦੇ ਉੱਤੇ ਯੋਧੇ ਵਸਦੇ ਹਨ, ਸੂਰਮੇ ਵਸਦੇ ਹਨ। ਹੁਣ ਜਿੰਨੇ ਵੀ ਸ਼ਹੀਦ ਹਨ ਉਹ ਸਾਰੇ ਇਸ ਖੰਡ ਦੇ ਵਿੱਚ ਹਨ। ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਉਹ ਸੂਰਮੇ ਸਨ, ਯੋਧੇ ਸਨ, ਜਿਨ੍ਹਾਂ ਨੇ ਹੱਕ ਸੱਚ ਦੀ ਖਾਤਰ ਜਿਹੜਾ ਹੈ ਉਹ ਆਪਣਾ ਬਲੀਦਾਨ ਦਿੱਤਾ, ਹੱਕ ਸੱਚ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਹੱਕ ਦੀ ਖਾਤਰ ਜੋ ਲੜੇ ਉਹ ਇਸ ਖੰਡ ਦੇ ਵਿੱਚ ਵਿਚਰਦੇ ਆ। ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਉਹਨਾਂ ਦੇ ਅੰਦਰ, ਉਹਨਾਂ ਦੇ ਹਿਰਦੇ ਦੇ ਵਿੱਚ ਪਰਿਪੂਰਨ ਪਰਮਾਤਮਾ ਜੋ ਰਾਮ ਹੈ ਰਮਿਆ ਹੋਇਆ, ਅਕਾਲ ਪੁਰਖ, ਉਹ ਜਿਹੜਾ ਅਕਾਲ ਪੁਰਖ ਹੈ ਜੋ ਰਮਿਆ ਹੋਇਆ ਰਾਮ ਹੈ ਉਹ ਉਹਨਾਂ ਦੇ ਵਿੱਚ ਭਰਪੂਰ ਹੈ, ਪਰਿਪੂਰਨ, ਨੱਕੋ ਨੱਕ ਭਰੇ ਹੋਏ ਹਨ ਰਾਮ ਦੇ ਨਾਲ। ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਕਿਸੇ ਵੱਲ ਕੋਈ ਧਿਆਨ ਹੀ ਨਹੀਂ ਕਰਦੇ। ਭਰਪੂਰ ਦਾ ਅਰਥ ਹੁੰਦਾ ਹੈ ਭਰਿਆ ਹੋਣਾ। ਜਿਵੇਂ ਕੋਈ ਸਰੋਵਰ ਭਰਿਆ ਹੋਵੇ ਪਾਣੀ ਦੇ ਨਾਲ ਤੇ ਉਹਦੇ ਵਿੱਚ ਹੋਰ ਕੁਛ ਨਹੀਂ ਪੈ ਸਕਦਾ, ਆਪਾਂ ਕਵਾਂਗੇ ਤੇ ਭਰਿਆ ਪਿਆ। ਪਹਿਲੋਂ ਕੋਈ ਭਾਂਡਾ ਪਹਿਲੋਂ ਹੀ ਦੁੱਧ ਦੇ ਨਾਲ ਭਰਿਆ ਹੋਵੇ, ਉਹਦੇ ਵਿੱਚ ਹੋਰ ਦੁੱਧ ਜਾਂ ਹੋਰ ਕੋਈ ਸ਼ੈ ਨਹੀਂ ਪੈ ਸਕਦੀ। ਇਸ ਕਰਕੇ ਉਹ ਪਰਿਪੂਰ ਰਹਿੰਦੇ ਆ, ਪਰਮਾਤਮਾ ਦੇ ਨਾਲ ਭਰੇ ਹੁੰਦੇ ਨੱਕੋ ਨੱਕ, ਰੋਮ ਰੋਮ ਦੇ ਵਿੱਚ ਉਹਨਾਂ ਦੇ ਉਹ ਪਰਮਾਤਮਾ, ਉਹ ਰਾਮ, ਉਹ ਵਾਹਿਗੁਰੂ ਵਸਿਆ ਹੁੰਦਾ ਹੈ। ਤਿਨ ਮੈਂ ਰਾਮ ਰਹਿਆ ਭਰਪੂਰ। ਉਹ ਕਿਸੇ ਹੋਰ ਵੱਲ ਧਿਆਨ ਨਹੀਂ ਦਿੰਦੇ, ਉਹ ਅਕਾਲ ਪੁਰਖ ਵੱਲ ਧਿਆਨ ਦਿੰਦੇ ਆ। ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਉਹ ਜਿਹੜੇ ਪਰਮਾਤਮਾ ਦੇ ਜਨ ਹੁੰਦੇ ਆ ਉਹ ਪਰਮਾਤਮਾ ਦੀ ਮਹਿਮਾ ਦੇ ਵਿੱਚ ਸੀਤੇ ਗਏ ਹੁੰਦੇ ਆ। ਸੀਤੋ ਸੀਤਾ ਦਾ ਅਰਥ ਸੀਤੇ ਗਏ ਹੁੰਦੇ ਆ। ਇਹਨੂੰ ਸੀਤੋ ਸੀਤਾ ਨਹੀਂ ਪੜ੍ਹਨਾ, ਸੀਤੋ ਸੀਤਾ ਭਾਵ ਸੀਤੇ ਗਏ ਹੁੰਦੇ ਆ ਪਰਮਾਤਮਾ ਦੀ ਮਹਿਮਾ ਗਾਉਣ ਦੇ ਵਿੱਚ। ਉਹ ਸਦਾ ਹੀ ਉਹਨੂੰ ਯਾਦ ਕਰਦੇ ਆ, ਉਹਨੂੰ ਸਿਮਰਦੇ ਆ, ਉਸ ਪਰਮਾਤਮਾ ਦੇ ਗੁਣ ਗਾਉਂਦੇ ਆ, ਉਹਦੇ ਨਾਮ ਦੇ ਵਿੱਚ ਸੀਤੇ ਗਏ, ਪਰੋਤੇ ਗਏ ਹਨ। ਭਾਵ ਉਹਨਾਂ ਦੀ ਅਵਸਥਾ ਜਿਹੜੀ ਹੈ ਉਹ ਅਕਾਲ ਪੁਰਖ ਦੇ ਨਾਲ ਅਭੇਦ ਹੋ ਜਾਂਦੀ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ। ਉਹਨਾਂ ਦੀ ਜਿਹੜੀ ਸੁੰਦਰਤਾ ਹੈ, ਉਹਨਾਂ ਦੇ ਜਿਹੜਾ ਰੂਪ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਅੰਦਰੋਂ ਕਿਵੇਂ ਦੇ ਹਨ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਕਿ ਰੂਪ ਨਾ ਕਥਨੇ ਜਾਹੇ, ਉਹਨਾਂ ਦਾ ਕਿਵੇਂ ਦਾ ਰੂਪ ਹੈ, ਉਹ ਕਿਵੇਂ ਪ੍ਰਮਾਤਮਾ 'ਚ ਜੁੜੇ ਹਨ, ਕਿਵੇਂ ਦਾ ਸੁਭਾਅ ਰੱਖਦੇ ਹਨ, ਅੰਦਰੋਂ ਕਿਵੇਂ ਉਹ ਜਪਦੇ ਹਨ, ਇਹਦੇ ਬਾਰੇ ਕੋਈ ਕਥਿਆ ਨਹੀਂ ਜਾ ਸਕਦਾ। ਭਾਵੇਂ ਕਿ ਆਪਾਂ ਇੱਥੇ ਅਰਥ ਇਹ ਵੀ ਕਰ ਸਕਦੇ ਹਾਂ ਕਿ ਉਹਨਾਂ ਦੇ ਮੂੰਹ ਦੇ ਉੱਤੇ ਪ੍ਰਮਾਤਮਾ ਵੱਲੋਂ ਬਖਸ਼ਿਸ਼, ਉਹਨਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ, ਪਰ ਇੱਥੇ ਆਪਾਂ ਇਹ ਅਰਥ ਨਹੀਂ ਕਰ ਸਕਦੇ ਕਿਉਂਕਿ ਲਾਲ ਚਿਹਰਾ ਵੀ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਐਸੇ ਮਨੁੱਖ ਹਨ ਜਿਨ੍ਹਾਂ ਦਾ ਚਿਹਰਾ ਉਂਝ ਹੀ ਲਾਲ ਰਹਿੰਦਾ ਹੈ। ਹੁਣ ਕਈ ਅੰਗਰੇਜ਼ ਲੋਕ ਜਿਹੜੇ ਹੁੰਦੇ ਉਹਨਾਂ ਦਾ ਚਿਹਰਾ ਤੇ ਆਪਾਂ ਕਵਾਂਗੇ ਕਿ ਉਹ ਵੀ ਫਿਰ ਸੀਤੇ ਗਏ ਪ੍ਰਮਾਤਮਾ ਦੇ ਨਾਮ 'ਚ, ਨਹੀਂ, ਉਹਨਾਂ ਦਾ ਚਿਹਰਾ ਕਈਆਂ ਦਾ ਲਾਲ ਹੁੰਦਾ। ਇੱਥੇ ਆਪਾਂ ਉਹ ਅਰਥ ਨਹੀਂ ਕਰ ਸਕਦੇ। ਇੱਥੋਂ ਅਰਥ ਤਾਂ ਕਿ ਰੂਪ ਨਾ ਕਥਨੇ ਜਾਏ, ਉਹਨਾਂ ਦਾ ਹਿਰਦੇ ਦਾ ਰੂਪ, ਉਹਨਾਂ ਦਾ ਅੰਦਰਲਾ ਰੂਪ ਜਿਹੜਾ ਹੈ ਕਿ ਉਹ ਕਿੰਨਾ ਕੁ ਪ੍ਰਮਾਤਮਾ ਨੂੰ ਯਾਦ ਕਰਦੇ ਆ, ਕਿੰਨਾ ਕੁ ਜੁੜੇ ਰਹਿੰਦੇ ਆ, ਕਿੰਨਾ ਕੁ ਕਿਹੋ ਜਿਹਾ ਪਿਆਰ ਉਹਨਾਂ ਨੇ ਪ੍ਰਮਾਤਮਾ ਦੇ ਨਾਲ ਪਾਇਆ, ਕਿਵੇਂ ਸੀਤੇ ਗਏ, ਇਹਦਾ ਕਥਨ ਜਿਹੜਾ ਬਿਆਨ ਕਰਨਾ ਮੁਸ਼ਕਲ ਹੈ। ਤਾਂ ਕਿ ਰੂਪ ਨਾ ਕਥਨੇ ਜਾਏ, ਉਹਨਾਂ ਦਾ ਰੂਪ ਕਥਿਆ ਨਹੀਂ ਜਾ ਸਕਦਾ। ਨਾ ਉਹੇ ਮਰਹੇ ਨਾ ਠਾਗੇ ਜਾਹੇ। ਉਹੇ ਊੜੇ ਦੇ ਉੱਪਰ ਹੋੜਾ ਲੱਗਾ, ਨਾ ਉਹ ਮਰੇ ਨਾ ਠਾਗੇ ਜਾਹੇ, ਨਾ ਤੇ ਉਹ ਮਨੁੱਖ ਮਰਦੇ ਹਨ ਕਦੀ ਤੇ ਨਾ ਹੀ ਉਹ ਠੱਗੇ ਜਾਂਦੇ ਆ, ਨਾ ਹੀ ਮਾਇਆ ਉਹਨਾਂ ਨੂੰ ਠੱਗਦੀ ਹੈ। ਨਾ ਉਹੇ ਮਰਹੇ ਨਾ ਠਾਗੇ ਜਾਹੇ। ਆਪਾਂ ਕਵਾਂਗੇ ਫਿਰ ਸ਼ਹੀਦ ਜਿਹੜੇ ਉਹ ਤਾਂ ਇਸ ਸੰਸਾਰ ਤੋਂ ਚਲੇ ਗਏ, ਉਹ ਸਰੀਰ ਕਰਕੇ ਤੇ ਭਾਵੇਂ ਚਲੇ ਗਏ, ਪਰ ਅੱਜ ਵੀ ਅਸੀਂ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਹਾਂ। ਅੱਜ ਵੀ ਅਸੀਂ ਜਦੋਂ ਅਰਦਾਸ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਆਪਾਂ ਯਾਦ ਕਰਦੇ ਹਾਂ ਨਾ ਉਹਨਾਂ ਨੂੰ, ਇਸ ਕਰਕੇ ਉਹ ਜਾਂਦੇ ਨਹੀਂ, ਉਹ ਸਦੀਵੀ ਤੌਰ ਤੇ ਅਮਰ ਹੋ ਜਾਂਦੇ, ਉਹਨਾਂ ਨੂੰ ਯਾਦ ਕੀਤਾ ਜਾਂਦਾ। ਨਾ ਉਹ ਮਰੇ
ਨਾ ਠਾਗੇ ਜਾਏ। ਫਿਰ ਉਹ ਮਾਇਆ ਨਹੀਂ ਉਹਨਾਂ ਨੂੰ ਠੱਗਦੀ, ਪੰਜ ਵਿਕਾਰ ਨਹੀਂ ਉਹਨਾਂ ਨੂੰ ਠੱਗਦੇ। ਉਹ ਸਦੀਵੀ ਤੌਰ ਤੇ ਪ੍ਰਮਾਤਮਾ ਦੇ ਵਿੱਚ ਹੀ ਲੀਨਤਾ ਪਾਈ ਰੱਖਦੇ ਆ, ਛਲੇ ਨਹੀਂ ਜਾਂਦੇ ਮਾਇਆ ਕੋਲੋਂ। ਨਾ ਹੀ ਉਹਨਾਂ ਨੂੰ ਮਾਇਆ ਠੱਗਦੀ ਹੈ, ਨਾ ਉਹਨਾਂ ਨੂੰ ਵਿਕਾਰ ਠੱਗਦੇ ਆ, ਨਾ ਉਹਨਾਂ ਨੂੰ ਕੋਈ ਭਰਮ ਠੱਗਦਾ। ਉਹ ਸਦਾ ਲਈ ਉਸ ਅਕਾਲ ਪੁਰਖ ਚ ਜਿਹੜੀ ਆ ਲੀਨ ਰਹਿੰਦੇ ਆ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਕਿਹੜੇ ਨਹੀਂ ਠੱਗੇ ਜਾਂਦੇ? ਜਿਨ੍ਹਾਂ ਦੇ ਹਿਰਦੇ ਚ ਰਾਮ, ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਸੁਦੀਵੀ ਤੌਰ ਤੇ ਵਸ ਜਾਂਦਾ। ਜਿਨ ਕੈ ਰਾਮ ਵਸੇ ਮਨ ਮਾਹੇ, ਜਿਨ੍ਹਾਂ ਦੇ ਮਨ ਦੇ ਵਿੱਚ ਸਦਾ ਅਕਾਲ ਪੁਰਖ ਪਰਮਾਤਮਾ ਜੀ ਨਿਵਾਸ ਕਰਦੇ ਹਨ, ਉਹ ਕਦੇ ਵੀ ਠੱਗੇ ਨਹੀਂ ਜਾਂਦੇ। ਜਿਨ ਕੈ ਰਾਮ ਵਸੇ ਮਨ ਮਾਹੇ, ਤਿਥੈ ਭਗਤ ਵਸੈ ਕੇ ਲੋ। ਹੁਣ ਸਤਿਗੁਰਾਂ ਨੇ ਇੱਥੇ ਵੀ ਦੇਖੋ ਵਿਸ਼ਾਲਤਾ ਦੱਸ ਦਿੱਤੀ ਕਿ ਸਤਿਗੁਰੂ ਕੀ ਇੱਥੋਂ ਦੇ ਮਨੁੱਖ, ਭਾਵ ਇਸ ਕਰਮ ਭੂਮੀ, ਇਸ ਧਰਤੀ ਦੇ ਜਿਹੜੇ ਭਗਤ ਹਨ, ਇਸ ਧਰਤੀ ਦੇ ਜਿਹੜੇ ਸੂਰਮੇ ਹਨ, ਕੀ ਉੱਥੇ ਉਹੀ ਵਸਦੇ ਆ? ਸਤਿਗੁਰੂ ਕਹਿੰਦੇ ਨਹੀਂ, ਉਸ ਜਗ੍ਹਾ ਦੇ ਉੱਤੇ ਸਿਰਫ ਇਸ ਧਰਤੀ ਦੇ ਸੂਰਮੇ, ਇਸ ਧਰਤੀ ਦੇ ਭਗਤ ਨਹੀਂ ਵਸਦੇ। ਤਿੱਥੈ ਭਗਤ ਵਸੈ ਹੈ ਕਿ ਲੋ, ਪਤਾ ਨਹੀਂ ਕਿਹੜੇ ਕਿਹੜੇ ਲੋਕ, ਕਿਹੜੇ ਕਿਹੜੇ ਜਗ੍ਹਾ ਦੇ, ਕਿਸ ਕਿਸ ਮੰਡਲਾਂ ਦੇ, ਕਿਸ ਕਿਸ ਬ੍ਰਹਿਮੰਡਾਂ ਦੇ ਜਿਹੜੇ ਆ ਉਸ ਜਗ੍ਹਾ ਦੇ ਉੱਤੇ ਭਗਤ ਵਸਦੇ ਆ। ਤਿੱਥੈ ਭਗਤ ਵਸੈ ਹੈ ਕਿ ਲੋ, ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਦੇ ਸਾਧੂ ਮਹਾਂਪੁਰਖ ਉਸ ਜਗ੍ਹਾ ਦੇ ਉੱਤੇ ਇਸ ਕਰਮ ਖੰਡ ਦੇ ਅੰਦਰ ਵਸਦੇ ਹਨ। ਤਿੱਥੈ ਭਗਤ ਵਸੈ ਕਿ ਲੋ, ਕਰੇ ਆਨੰਦ ਸੱਚਾ ਮਨ ਸੋਏ। ਉਹ ਆਨੰਦ ਮਾਣਦੇ ਆ ਪ੍ਰਮਾਤਮਾ ਦੀਆਂ ਸਿਫਤਾਂ ਕਰਕੇ, ਆਨੰਦ ਚ ਰਹਿੰਦੇ ਆ, ਸਦੀਵੀ ਖੇੜੇ ਚ ਰਹਿੰਦੇ ਆ। ਕਰੇ ਆਨੰਦ ਸੱਚਾ ਮਨ ਸੋਏ, ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਸੱਚਾ ਅਕਾਲ ਪੁਰਖ ਪਰਮਾਤਮਾ ਵਸਿਆ ਹੁੰਦਾ ਹੈ। ਇਸ ਕਰਕੇ ਉਹ ਆਨੰਦ ਜਿਹੜਾ ਹੈ, ਉਸ ਆਨੰਦ ਦੇ ਵਿੱਚ ਉਹ ਮਨੁੱਖ ਵਿਚਰਦੇ ਹਨ ਜੋ ਕਰਮ ਖੰਡ ਦੇ ਵਸਨੀਕ ਹਨ, ਜੋ ਕਰਮ ਖੰਡ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਆ, ਪਰਮਾਤਮਾ ਦੇ ਨਾਲ ਰਹਿੰਦੇ ਆ। ਹੁਣ ਇਸ ਤੋਂ ਬਾਅਦ ਅੱਗੇ ਆ ਜਾਓ, ਇਹੋ ਹੀ ਪੌੜੀ ਹੈ, ਪੌੜੀ ਬਦਲੀ ਨਹੀਂ ਹੈ। ਮੈਂ ਦੋ ਵੱਖ ਕਰ ਲਈ ਸੀ ਸਕਰੀਨਸ਼ਾਟ। ਇਹ ਸੱਚਖੰਡ ਦੀ ਗੱਲ ਆਰੰਭ ਹੋਣ ਲੱਗੀ ਹੈ। ਇੱਕੋ ਹੀ ਪੌੜੀ ਦੇ ਵਿੱਚ ਹਨ ਇਹ ਦੋਵੇਂ ਖੰਡ। 37 ਨੰਬਰ ਪੌੜੀ ਆਪ ਜੀ ਦੇਖ ਸਕਦੇ ਹੋ। ਇੱਕੋ ਹੀ ਖੰਡ ਦੇ ਵਿੱਚ ਇੱਕੋ ਹੀ ਪੌੜੀ ਦੇ ਵਿੱਚ ਇਹ ਦੋ ਖੰਡ ਹਨ। ਅਸਲ 'ਚ ਕੀ ਹੈ ਕਿ ਭਾਈ ਰਣਧੀਰ ਸਿੰਘ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਇੰਝ ਕਹਿ ਲਓ ਕਿ ਇਹ ਜਿਵੇਂ ਇੱਕੋ ਹੀ ਜਗ੍ਹਾ ਹੋਵੇ, ਸੱਚਖੰਡ ਤੇ ਕਰਮਖੰਡ ਇੱਕੋ ਹੀ ਜਗ੍ਹਾ ਹਨ ਜਿੱਥੇ ਇਹ ਵਿਚਰਦੇ ਹਨ, ਸੂਰਮੇ ਵਿਚਰਦੇ ਹਨ, ਜਿਸ ਜਗ੍ਹਾ ਦੇ ਉੱਤੇ ਅਕਾਲ ਪੁਰਖ ਬੈਠਾ ਹੋਇਆ। ਉਹ ਕਹਿੰਦੇ ਕਿ ਜਿਹੜੇ ਰਣਧੀਰ ਸਿੰਘ ਹਨ, ਉਹਨਾਂ ਨੇ ਕਿਤਾਬ ਆਪਣੀ 'ਚ ਲਿਖਿਆ, ਕਹਿੰਦੇ ਕਿ ਇੰਝ ਕਹਿ ਲਓ ਕਿ ਜਿਵੇਂ ਜਿਹੜਾ ਇੱਕ ਦਰਬਾਰ ਹੈ ਉਹ ਸੱਚਖੰਡ ਹੈ ਤੇ ਉਹਦਾ ਜਿਹੜਾ ਬਾਹਰਲਾ ਵਰਾਂਡਾ ਹੈ ਉਹ ਕਰਮਖੰਡ ਹੈ। ਭਾਵ ਕੋਈ ਬਰਾਂਡੇ ਦੇ ਵਿੱਚ ਹੋਵੇ ਜਾਂ ਕਮਰੇ ਦੇ ਵਿੱਚ, ਇੱਕੋ ਗੱਲ ਹੈ। ਜਦੋਂ ਮਰਜ਼ੀ ਉਹ ਬਰਾਂਡੇ ਦੇ ਵਿੱਚ ਚਲਾ ਜਾਵੇ, ਜਦੋਂ ਮਰਜ਼ੀ ਉਹ ਕਮਰੇ 'ਚ ਆ ਜਾਵੇ। ਇਸ ਤਰ੍ਹਾਂ ਉਹ ਕਹਿੰਦੇ ਕਿ ਇਹ ਸੱਚਖੰਡ ਤੇ ਕਰਮਖੰਡ ਇਸ ਤਰ੍ਹਾਂ ਹਨ, ਜਿਵੇਂ ਕਰਮਖੰਡ ਬਰਾਂਡਾ ਲਾ ਲਓ ਤੇ ਸੱਚਖੰਡ ਦਰਬਾਰ ਲਾ ਲਓ। ਇਸ ਤਰ੍ਹਾਂ ਉਹਨਾਂ ਨੇ ਇਹਦੇ ਜਿਹੜਾ ਹੈ ਗੱਲ ਦੱਸੀ ਹੈ, ਇਸ ਗੱਲ ਨੂੰ ਜਿਹੜਾ ਉਹਨਾਂ ਡਿਫਾਈਨ ਕੀਤਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਸੱਚਖੰਡ ਵਸੈ ਨਿਰੰਕਾਰ। ਇਸ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਪ੍ਰਮਾਤਮਾ ਮਨੁੱਖ ਦੇ ਦਸਮ ਦੁਆਰ 'ਚ ਵਸਦਾ। ਇਸ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਪ੍ਰਮਾਤਮਾ ਵਸਦਾ। ਜਿਹੜੇ ਕਰਮਖੰਡ ਦੇ ਵਾਸੀ ਹੁੰਦੇ ਆ ਉਹ ਇਸ ਜਗ੍ਹਾ ਦੇ ਉੱਤੇ ਵਸਦੇ ਆ ਤੇ ਇਸ ਜਗ੍ਹਾ ਦੇ ਉੱਤੇ ਸੱਚਖੰਡ ਵਸੈ ਨਿਰੰਕਾਰ। ਉਹ ਨਿਰੰਕਾਰ ਆਕਾਰ ਜਿਹੜਾ ਬਣਾ ਕੇ ਜਿਹੜਾ ਧਰਤੀ ਨੂੰ ਚਲਾ ਰਿਹਾ ਨਾ, ਨਿਰੰਕਾਰ, ਉਹ ਇੱਥੇ ਵਸ ਰਿਹਾ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹ ਇਸ ਸੱਚਖੰਡ ਦੇ ਵਿੱਚ ਵਸ ਰਿਹਾ ਹੈ ਤੇ ਸਾਰੀ ਰਚਨਾ ਨੂੰ ਨਾ ਕਰ ਕਰ ਵੇਖਿਆ, ਬਣਾ ਕੇ ਸਾਰਿਆਂ ਨੂੰ, ਸਾਰੇ ਜੀਵਾਂ ਨੂੰ, ਸਾਨੂੰ ਸਾਜ ਕੇ, ਸਾਰੇ ਬ੍ਰਹਿਮੰਡਾਂ ਨੂੰ ਸਾਜ ਕੇ ਨਦਰ ਨਿਹਾਲ, ਤੇ ਆਪਣੀ ਨਦਰ ਦੇ ਨਾਲ, ਆਪਣੀ ਨਜ਼ਰ ਦੇ ਨਾਲ ਨਿਹਾਲ ਰਿਹਾ ਹੈ, ਦੇਖ ਰਿਹਾ ਹੈ ਉਹਨਾਂ ਨੂੰ। ਕਰ ਕਰ ਵੇਖਿਆ ਨਦਰ ਨਿਹਾਲ, ਆਪਣੀਆਂ ਅੱਖਾਂ ਦੇ ਨਾਲ ਸਾਰੀ ਸ੍ਰਿਸ਼ਟੀ ਸਾਜ ਕੇ ਤੇ ਫਿਰ ਆਪਣੀਆਂ ਅੱਖਾਂ ਦੇ ਨਾਲ ਨਦਰ ਨਿਹਾਲ, ਸਾਰਿਆਂ ਨੂੰ ਉਹ ਤੱਕ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ। ਤਿੱਥੈ ਖੰਡ ਮੰਡਲ ਵਰ ਭੰਡ। ਹੁਣ ਇਸ ਜਗ੍ਹਾ ਤੇ ਫਿਰ ਸਤਿਗੁਰਾਂ ਨੇ ਵਿਸ਼ਾਲਤਾ ਦੱਸੀ ਹੈ ਕਿ ਉਹ ਸਿਰਫ ਇਸ ਧਰਤੀ ਨੂੰ ਸਾਜ ਕੇ ਇਹਨੂੰ ਹੀ ਨਹੀਂ ਦੇਖ ਰਿਹਾ। ਤਿੱਥੈ ਖੰਡ ਮੰਡਲ ਵਰ ਭੰਡ,
ਉਸ ਜਗ੍ਹਾ ਦੇ ਉੱਤੇ ਕਈ ਮਹਾਂਦੀਪ, ਕਈ ਸੰਸਾਰ ਤੇ ਕਈ ਸੂਰਜ ਬੰਧਾਨ, ਜਿਵੇਂ ਆਪਣੀ ਇੱਕ ਗਲੈਕਸੀ ਹੈ ਨਾ, ਤੇ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਗਲੈਕਸੀਆਂ ਹਨ, ਵਰਭੰਡ, ਤੇ ਉਹ ਪਤਾ ਨਹੀਂ ਕਿੰਨੇ ਕੁ ਮੰਡਲ ਹਨ, ਕਿੰਨੇ ਕੁ ਦੇਸ਼ ਹਨ, ਜਿਸ ਜਗ੍ਹਾ ਨੂੰ ਸਾਜ ਕੇ ਤੇ ਉਹ ਨਿਹਾਲ ਰਿਹਾ ਹੈ, ਦੇਖ ਰਿਹਾ ਹੈ। ਤਿੱਥੈ ਖੰਡ ਮੰਡਲ ਵਰਭੰਡ, ਵਰਭੰਡ ਦਾ ਅਰਥ ਹੁੰਦਾ ਹੈ ਬ੍ਰਹਿਮੰਡ। ਤਿੱਥੈ ਖੰਡ ਮੰਡਲ ਵਰਭੰਡ, ਖੰਡ ਦਾ ਅਰਥ ਹੁੰਦਾ ਹੈ ਮਹਾਂਦੀਪ ਛੋਟੇ, ਮੰਡਲ ਦਾ ਅਰਥ ਕਹਿ ਲਓ ਜਿਵੇਂ ਇੱਕ ਇਹ ਆਪਣਾ ਸੰਸਾਰ ਹੈ, ਕੋਈ ਹੋਰ ਸੰਸਾਰ ਦੀ ਗੱਲ। ਵਰਭੰਡ ਦਾ ਅਰਥ ਬ੍ਰਹਿਮੰਡ, ਪਤਾ ਨਹੀਂ ਕਿੰਨੇ ਕੁ ਉਹਨੇ ਸਾਜੇ ਹੋਏ ਆ। ਤਿੱਥੈ ਖੰਡ ਮੰਡਲ ਵਰਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਜੇ ਕੋਈ ਕਥਨਾ ਚਾਹਵੇ ਨਾ ਕਿ ਅਸੀਂ ਜਾਣ ਲਿਆ ਇੰਨੇ ਖੰਡ ਇੰਨੇ ਵਰਭੰਡ ਆ, ਤੇ ਸਤਿਗੁਰੂ ਕਹਿੰਦੇ ਜੇ ਕੋ ਕਥੈ ਤਾਂ ਅੰਤ ਨਾ ਅੰਤ, ਉਹਦੇ ਕੋਲੋਂ ਅੰਤ ਨਹੀਂ ਪਾਇਆ ਜਾਣਾ ਕਿ ਕਿੰਨੇ ਬ੍ਰਹਿਮੰਡ ਕਿੰਨੇ ਖੰਡ ਆ, ਕੀ ਕੁਝ ਉਸ ਅਕਾਲ ਪੁਰਖ ਨੇ ਬਣਾਇਆ, ਉਹ ਨਹੀਂ ਜਾਣ ਸਕਦਾ, ਉਹ ਨਹੀਂ ਬਿਆਨ ਕਰ ਸਕਦਾ। ਜੋ ਸੱਚਖੰਡ ਵਿੱਚ ਵਸਣ ਵਾਲਾ ਹੈ ਉਹ ਵੀ ਇਸ ਜਗ੍ਹਾ ਦੇ ਉੱਤੇ ਵਸ ਰਿਹਾ ਹੈ, ਸੱਚਖੰਡ ਨਿਰੰਕਾਰ ਵਸ ਰਿਹਾ ਹੈ, ਤੇ ਉਸ ਦੀ ਇਸ ਕਾਇਨਾਤ ਨੂੰ, ਉਸ ਦੀ ਇਸ ਬਣਾਈ ਹੋਈ ਸਮੁੱਚੀ ਜੋ ਵੀ ਉਹਨੇ ਸਾਜਿਆ ਹੈ ਉਹਦਾ ਕੋਈ ਅੰਤ ਨਹੀਂ ਹੈ। ਤਿੱਥੈ ਲੋ ਲੋ ਆਕਾਰ, ਉਸ ਜਗ੍ਹਾ ਦੇ ਉੱਤੇ ਜਿਹੜਾ ਹੈ ਬੇਅੰਤ ਹੀ ਭਵਨ ਹਨ ਤੇ ਬੇਅੰਤ ਹੀ ਲੋਕ ਹਨ। ਤਿੱਥੈ ਲੋ ਲੋ ਆਕਾਰ, ਤੇ ਉਹਨਾਂ ਦੇ ਕਈ ਤਰ੍ਹਾਂ ਦੇ ਆਕਾਰ ਹਨ। ਉਸ ਜਗ੍ਹਾ ਦੇ ਉੱਤੇ ਜੋ ਜਿੱਥੋਂ ਉਹ ਅਕਾਲ ਪੁਰਖ ਧਰਤੀਆਂ ਸਾਜ ਰਿਹਾ ਹੈ, ਬ੍ਰਹਿਮੰਡ ਬਣਾ ਰਿਹਾ ਹੈ, ਉਹ ਵਾਹਿਗੁਰੂ ਉੱਥੇ ਪਤਾ ਨਹੀਂ ਕਿੰਨੇ ਕੁ ਲੋਹ ਹਨ। ਲੋਹ ਦਾ ਇੱਕ ਲੋਹ ਤੋਂ ਅਰਥ ਕਈ ਲੋਕ ਤੇ ਕਈ ਭਵਨ, ਕਈ ਐਸੇ ਬ੍ਰਹਿਮੰਡ, ਕਿੰਨਾ ਕੁਝ ਹੈ, ਬਿਆਨਤਾ ਤੋਂ ਦੂਰ ਦੀ ਗੱਲ ਹੈ। ਤਿੱਥੈ ਲੋ ਲੋ ਆਕਾਰ, ਉਸ ਜਗ੍ਹਾ ਦੇ ਉੱਤੇ ਆਕਾਰ ਬਣ ਰਹੇ ਆ ਜੋ ਉਹ ਨਿਰੰਕਾਰ ਬਣਾ ਰਿਹਾ ਹੈ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਜਿਵੇਂ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਜਿਵੇਂ ਜਿਵੇਂ ਉਹ ਹੁਕਮ ਕਰਦਾ ਹੈ, ਤਿਵੇਂ ਤਿਵੇਂ ਹੀ ਆਕਾਰ ਜਿਹੜੇ ਆ ਉਹ ਬਣ ਰਹੇ ਆ, ਤਿਵੇਂ ਤਿਵੇਂ ਹੀ ਇਹ ਜਿਹੜੀ ਕਾਰ ਹੈ, ਤਿਵੇਂ ਤਿਵੇਂ ਹੀ ਇਹ ਸਾਰਾ ਕੁਛ ਚੱਲ ਰਿਹਾ ਹੈ। ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਜੀਵ ਉਹਦੇ ਹੁਕਮ ਦੇ ਵਿੱਚ ਉੱਥੇ ਕਾਰ ਕਮਾ ਰਿਹਾ ਸੱਚਖੰਡ ਦੇ ਵਿੱਚ। ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਵੇਖੈ ਵਿਗਸੈ ਕਰ ਵਿਚਾਰ। ਹੁਣ ਵੇਖ ਕੇ ਵਿਗਸ ਰਿਹਾ ਹੈ, ਆਪਣੀ ਬਣਾਈ ਹੋਈ ਇਸ ਕਾਇਨਾਤ ਨੂੰ ਬਣਾ ਕੇ ਜਿਹੜਾ ਹੈ ਉਹ ਇਹ ਨਹੀਂ ਕਿ ਪਜਲ ਹੋ ਗਿਆ। ਮਨੁੱਖ ਇੱਕ ਕੰਮ ਸ਼ੁਰੂ ਕਰ ਲਵੇ ਨਾ, ਕੋਈ ਕਾਰੋਬਾਰ ਸ਼ੁਰੂ ਕਰ ਲਏ ਤੇ ਨਾਲ ਹੀ ਕੋਈ ਦੂਸਰਾ ਕਾਰੋਬਾਰ ਆਰੰਭ ਕਰ ਲਏ, ਤੇ ਕਹਿੰਦਾ ਮੈਂ ਤੇ ਵਿੱਚ ਪਜਲ ਹੀ ਹੋ ਗਿਆ, ਦੋ ਪਾਸੇ ਕੰਮ ਸ਼ੁਰੂ ਕਰਕੇ, ਮੈਨੂੰ ਤੇ ਪਤਾ ਨਹੀਂ ਲੱਗ ਰਿਹਾ ਮੈਂ ਕਰਾਂ ਕੀ। ਤੇ ਹੁਣ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਆ, ਕਹਿੰਦੇ ਕਿ ਉਹ ਵਿਗਸ ਰਿਹਾ ਹੈ, ਉਹ ਪਰੇਸ਼ਾਨ ਨਹੀਂ ਹੋ ਰਿਹਾ। ਵੇਖੈ ਵਿਗਸੈ ਕਰ ਵਿਚਾਰ, ਉਹ ਵਿਗਸ ਰਿਹਾ ਹੈ ਪ੍ਰਮਾਤਮਾ। ਵਿਗਸਣਾ ਹੁੰਦਾ ਹੈ ਖੁਸ਼ ਹੋਣਾ, ਖਿੜਾਓ ਦੇ ਵਿੱਚ ਰਹਿਣਾ। ਵੇਖੈ ਵਿਗਸੈ ਕਰ ਵਿਚਾਰ, ਸਾਰੇ ਜੀਵਾਂ ਨੂੰ ਸੰਭਾਲ ਰਿਹਾ ਹੈ ਤੇ ਸਾਰੇ ਜੀਵਾਂ ਨੂੰ ਦੇਖ ਕੇ ਉਹ ਖੁਸ਼ ਹੋ ਰਿਹਾ ਹੈ, ਵਿਗਸ ਰਿਹਾ ਹੈ। ਭਾਵੇਂ ਉਹ ਜਿੰਨੇ ਮਰਜ਼ੀ ਬ੍ਰਹਿਮੰਡ ਬਣਾ ਲਏ, ਉਹ ਸਾਰਾ ਕੁਝ ਬਣਾ ਕੇ ਵਿਗਸ ਰਿਹਾ ਹੈ, ਖਿੜਾਓ ਦੇ ਵਿੱਚ ਹੈ। ਨਾਨਕ ਕਥਨਾ ਕਰੜਾ ਸਾਰ, ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਇਸ ਸੱਚਖੰਡ ਬਾਰੇ ਕਹਿ ਦਿੱਤਾ ਮੈਂ, ਪਰ ਇਹਦੇ ਬਾਰੇ ਜਿਹੜੀ ਬਿਆਨ ਕਰਨਾ, ਇਹਦੇ ਬਾਰੇ ਦੱਸਣਾ, ਇਸ ਬੁੱਧੀ ਦੇ ਨਾਲ ਦੱਸਣਾ ਇਸ ਤਰ੍ਹਾਂ ਹੈ ਜਿਵੇਂ ਕੋਈ ਬੰਦਾ ਆਪਣੇ ਮੂੰਹ ਦੇ ਵਿੱਚ ਲੋਹੇ ਦੀ ਇੱਕ ਡਲੀ ਫੜ ਕੇ ਉਹਨੂੰ ਚਿੱਥਣ ਦਾ ਯਤਨ ਕਰੇ। ਕੋਈ ਮਨੁੱਖ ਲੋਹੇ ਦੀ ਡਲੀ ਲੈ ਕੇ, ਲੋਹੇ ਦੀ ਗੋਲੀ ਲੈ ਕੇ ਤੇ ਉਹਨੂੰ ਆਪਣੇ ਦੰਦਾਂ ਨਾਲ ਚਿੱਥਣ ਦੀ ਕੋਸ਼ਿਸ਼ ਕਰੇ, ਚਿੱਥੀ ਨਹੀਂ ਨਾ ਜਾ ਸਕਦੀ ਲੋਹੇ ਦੀ ਡਲੀ। ਤੇ ਸਤਿਗੁਰੂ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਸਾਰ ਦਾ ਅਰਥ ਹੁੰਦਾ ਲੋਹਾ। ਬੜਾ ਕਰੜਾ ਸਾਰ ਹੈ ਇਸ ਗੱਲ ਨੂੰ ਕਥਨਾ ਕਿ ਸੱਚਖੰਡ ਕਿਵੇਂ ਦਾ ਹੈ, ਕਰਮਖੰਡ ਕਿਵੇਂ ਦਾ ਹੈ। ਸਤਿਗੁਰਾਂ ਨੇ ਅਖੀਰ ਤੇ ਗੱਲ ਮੁਕਾ ਦਿੱਤੀ, ਭਾਵੇਂ ਕਿ ਸਤਿਗੁਰਾਂ ਨੇ ਦੱਸ ਵੀ ਦਿੱਤਾ ਕਿ ਕੀ ਹਾਲਾਤ ਹਨ, ਕਿਵੇਂ ਦਾ ਹੈ, ਪਰ ਫਿਰ ਵੀ ਸਤਿਗੁਰੂ ਕਹਿੰਦੇ ਕਿ ਉੱਥੋਂ ਦੀ ਜਿਹੜੀ ਸਾਰ ਮੈਂ ਨਹੀਂ ਦੱਸ ਸਕਦਾ। ਨਾਨਕ ਕਥਨਾ ਕਰੜਾ ਸਾਰ, ਉਹ ਕਰੜਾ ਸਾਰ ਹੈ, ਜਿਵੇਂ ਲੋਹਾ ਚਬਾਉਣ ਦੇ ਬਰਾਬਰ ਹੈ ਉੱਥੋਂ ਦੀ ਗੱਲ ਦੱਸਣੀ। ਸਤਿਗੁਰਾਂ ਨੇ ਇਸ ਦੋ ਖੰਡਾਂ ਦੀ ਜਿਹੜੀ ਹੈ ਵਿਚਾਰ ਦਿੱਤੀ ਹੈ ਕਿ ਇਸ ਕਰਮਖੰਡ ਤੇ ਕਰਮਖੰਡ ਦੇ ਵਿੱਚ ਭਗਤ ਜਨ, ਉਹ ਜਿਹੜੇ ਸੂਰਮੇ ਹਨ ਉਹ ਸੌਂਦੇ ਹਨ ਕਰਮਖੰਡ ਦੇ ਵਿੱਚ, ਤੇ ਸੱਚਖੰਡ ਚ ਨਿਰੰਕਾਰ ਵਸ ਰਿਹਾ ਹੈ, ਜਿਹੜਾ ਸ੍ਰਿਸ਼ਟੀਆਂ ਨੂੰ ਸਾਜ ਰਿਹਾ, ਬਣਾ ਰਿਹਾ, ਵਿਨਾਸ਼ ਕਰ ਰਿਹਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲੇ ਇਸ ਪੌੜੀ ਦੇ ਅੰਦਰ ਜੋ ਸਾਡਾ ਸਾਰ ਹੈ
ਉਹ ਹੈ ਇਹਦੇ ਵਿੱਚ ਸਮੁੱਚਾ ਜਪਜੀ ਦਾ ਸਾਰ। ਕਿ ਅਸਲ 'ਚ ਜਪਜੀ ਸਾਹਿਬ ਕਾਹਦੇ ਵਾਸਤੇ ਹੈ, ਉਹ ਆਪਾਂ ਇਸ ਪੌੜੀ 'ਚ ਜਾਣਾਂਗੇ। ਸਤਿਗੁਰਾਂ ਨੇ ਕਈ ਜਗ੍ਹਾ ਕਹਿ ਦਿੱਤਾ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗੇ ਮਾਨ। ਇਹਦੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਪ੍ਰਸ਼ਨ ਉਠਾ ਦਿੱਤਾ ਕਿ ਜਿਹੜਾ ਵੀ ਮਨੁੱਖ ਹੈ ਉਹਨੂੰ ਹੁਕਮ 'ਚ ਚੱਲ ਕੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ। ਸਤਿਗੁਰਾਂ ਨੇ ਕਿਹਾ ਨਾ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਸਚਿਆਰਾ ਮਨੁੱਖ ਕੌਣ ਹੈ? ਤੇ ਫਿਰ ਸਤਿਗੁਰਾਂ ਨੇ ਕਹਿ ਦਿੱਤਾ ਹੁਕਮ ਦੇ ਵਿੱਚ ਚੱਲਣ ਵਾਲਾ ਸਚਿਆਰਾ ਹੈ। ਹੁਣ ਇਹ ਆਪਾਂ ਇਸ ਪੌੜੀ 'ਚ ਦੇਖਾਂਗੇ ਕਿ ਕਿਵੇਂ ਜਿਹੜਾ ਮਨੁੱਖ ਹੈ ਉਸ ਸਚਿਆਰ ਪਦ ਦੇ ਉੱਤੇ ਪਹੁੰਚੇ, ਉਹਦੇ ਵਿੱਚ ਕੀ ਕੀ ਗੁਣ ਹੋਣੇ ਚਾਹੀਦੇ, ਕਿਵੇਂ ਕੋਈ ਮਨੁੱਖ ਜਿਹੜਾ ਆ ਉਹ ਇਹਨਾਂ ਸੱਚਖੰਡ, ਇਹਨਾਂ ਪੰਜਾਂ ਖੰਡਾਂ 'ਚ ਵਿਚਰੇ, ਇਹਨਾਂ ਪੰਜਾਂ ਖੰਡਾਂ ਦਾ ਧਾਰਨੀ ਹੋਵੇ, ਪਰ ਉਹਦੇ ਵਿੱਚ ਹੋਣਾ ਗੁਣ ਕੀ ਹੋਣੇ ਚਾਹੀਦੇ। ਇਵੇਂ ਤੇ ਨਹੀਂ ਨਾ ਉਹ ਪੰਜਾਂ ਖੰਡਾਂ 'ਚ ਵਿਚਰ ਸਕਦਾ, ਗੁਣ ਹੋਣੇ ਚਾਹੀਦੇ ਆ। ਤੇ ਉਹ ਗੁਣ ਕੀ ਹਨ ਜਿਹੜੇ ਮਨੁੱਖ ਦੇ ਵਿੱਚ ਹੋਣੇ ਚਾਹੀਦੇ ਆ, ਜਾਂ ਕਹਿ ਲਓ ਕਿ ਇੱਕ ਸਿੱਖ ਵਾਸਤੇ ਕੀ ਮਰਿਆਦਾ ਹੈ, ਕਿਵੇਂ ਦਾ ਉਹਦਾ ਜੀਵਨ ਹੋਣਾ ਚਾਹੀਦਾ ਹੈ ਕਿ ਉਹ ਇਹਨਾਂ ਪੰਜ ਖੰਡਾਂ ਦੇ ਵਿੱਚ ਜਾਂ ਜਪਜੀ ਸਾਹਿਬ 'ਚ ਜਿਸ ਸਚਿਆਰ ਮਨੁੱਖ ਦੀ ਗੱਲ ਆਈ ਆ, ਜਿਸ ਪੰਚ ਪ੍ਰਵਾਨ ਦੀ ਗੱਲ ਆਈ ਆ, ਉਹ ਪੰਚ ਪ੍ਰਵਾਨ ਕਿਵੇਂ ਬਣਿਆ ਜਾਵੇ, ਜਾਂ ਉਹ ਸਚਿਆਰਾ ਮਨੁੱਖ ਕਿਵੇਂ ਬਣਿਆ ਜਾਵੇ। ਉਹ ਤੱਤ ਸਾਰ ਸਤਿਗੁਰਾਂ ਨੇ ਇਹਦੇ ਵਿੱਚ ਦੱਸਿਆ ਕਿ ਕਿਵੇਂ ਦਾ ਉਹਦਾ ਜੀਵਨ ਹੋਣਾ ਚਾਹੀਦਾ। ਸਤਿਗੁਰੂ ਬਖਸ਼ਿਸ਼ ਕਰਦੇ ਆ, ਜਤ ਪਾਹਾਰਾ ਧੀਰਜ ਸੁਨਿਆਰ। ਇੱਕ ਨਾ ਸੁਨਿਆਰਾ ਹੁੰਦਾ ਹੈ ਜਿਹੜਾ ਸੋਨੇ ਦੇ ਗਹਿਣੇ ਘੜਦਾ। ਉਹ ਕੀ ਕਰਦਾ ਕਿ ਇੱਕ ਭੱਠੀ ਉਹਨੇ ਤਾਈ ਹੁੰਦੀ ਆ, ਭੱਠੀ ਦੇ ਉੱਤੇ ਉਹ ਸੋਨੇ ਨੂੰ ਸ਼ੁੱਧ ਕਰਦਾ ਹੈ। ਸ਼ੁੱਧ ਕਰਨ ਤੋਂ ਬਾਅਦ ਫਿਰ ਐਰਨ ਤੇ ਰੱਖ ਕੇ ਸੋਨੇ ਨੂੰ ਕੁੱਟਦਾ ਹੈ। ਕੁੱਟਣ ਤੋਂ ਬਾਅਦ ਫਿਰ ਉਹਦੇ ਸੋਹਣੇ ਸੋਹਣੇ ਗਹਿਣੇ ਬਣਾ ਕੇ ਤੇ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ, ਤੇ ਲੋਕ ਕਹਿੰਦੇ ਵਾਹ ਜੀ ਆਹ ਮੈਨੂੰ ਸੋਹਣਾ ਲੱਗਾ, ਇਹ ਮੈਨੂੰ ਪਸੰਦ ਹੈ। ਸੋ ਸਤਿਗੁਰਾਂ ਨੇ ਉਹ ਇੱਕ ਉਦਾਹਰਨ ਲਈ ਹੈ, ਤੇ ਸਤਿਗੁਰੂ ਕਹਿੰਦੇ ਤੇਰਾ ਜੀਵਨ ਹੀ ਉਸ ਤਰ੍ਹਾਂ ਘੜਿਆ ਜਾਵੇ ਤੇ ਉਹਦੇ ਵਾਸਤੇ ਤੂੰ ਕੀ ਕਰ, ਸਚਿਆਰਾ ਬਣਨ ਵਾਸਤੇ ਜਾਂ ਪੰਚ ਪ੍ਰਵਾਨ ਹੋਣ ਵਾਸਤੇ ਤੂੰ ਕੀ ਕਰਨਾ ਹੈ। ਜਤ ਪਾਹਾਰਾ ਧੀਰਜ ਸੁਨਿਆਰ। ਆਪਣਾ ਜਤ ਜਿਹੜਾ ਹੈ ਨਾ, ਆਪਣੇ ਮਨ ਨੂੰ ਵਿਕਾਰਾਂ ਵੱਲੋਂ ਹੋੜਨਾ, ਆਪਣੇ ਇੰਦਰੀਆਂ ਦੇ ਉੱਤੇ ਕਾਬੂ ਰੱਖਣਾ, ਇਹਨੂੰ ਕਹਿੰਦੇ ਜਤ। ਪਾਹਾਰਾ ਦਾ ਅਰਥ ਹੁੰਦਾ ਟਿਕਾਣਾ, ਜਾਂ ਇੱਥੇ ਆਪਾਂ ਕਹਿ ਸਕਦੇ ਹਾਂ ਕੋਈ ਦੁਕਾਨ, ਦੁਕਾਨ ਸ਼ਬਦ ਵਰਤ ਲੈਂਦੇ ਸੁਨਿਆਰੇ ਦੀ। ਜਿਵੇਂ ਕੋਈ ਦੁਕਾਨ ਹੁੰਦੀ ਹੈ ਜਿੱਥੇ ਬੈਠ ਕੇ ਉਹ ਸੁਨਿਆਰਾ ਸੋਨੇ ਨੂੰ ਸ਼ੁੱਧ ਕਰਦਾ ਹੈ। ਸਤਿਗੁਰੂ ਕਹਿੰਦੇ ਜਤ ਨੂੰ ਆਪਣਾ ਪਹਾਰਾ ਬਣਾ ਲਾ, ਜਤ ਦੀ ਦੁਕਾਨ ਪਾ ਲਾ ਤੂੰ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਹੋੜ ਲਾ। ਤੇਰੀਆਂ ਅੱਖਾਂ ਜਿਹੜੀਆਂ ਨਾ ਉਹ ਕਿਸੇ ਦਾ ਪਰਾਇਆ ਰੂਪ ਨਾ ਦੇਖਣ, ਤੇਰੇ ਕੰਨ ਕਿਸੇ ਦੇ ਪਰਾਈ ਨਿੰਦਿਆ ਨਾ ਸੁਣ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਆਪਣੇ ਇੰਦਰੀਆਂ ਦੇ ਉੱਤੇ ਕਾਬੂ ਰੱਖ ਲਾ, ਇਹਨੂੰ ਜਤ ਬਣਾ ਲਾ। ਜਤ ਪਾਹਾਰਾ ਧੀਰਜ ਸੁਨਿਆਰ। ਫਿਰ ਧੀਰਜ ਰੱਖ ਸੁਨਿਆਰੇ ਵਰਗੀ, ਧੀਰਜ ਨੂੰ ਸੁਨਿਆਰਾ ਬਣਾ ਲਾ। ਕਿਉਂਕਿ ਇਸ ਕੰਮ ਦੇ ਵਿੱਚ ਨਾ ਸ਼ਬਦ ਦੀ ਕਮਾਈ ਕਰਨ ਲੱਗਿਆ ਧੀਰਜ ਬੜਾ ਚਾਹੀਦਾ ਹੈ। ਜਿਸ ਮਨੁੱਖ ਦੇ ਕੋਲ ਧੀਰਜ ਹੈ ਉਹੀ ਗੁਰੂ ਦੇ ਦਰ ਤੇ ਪ੍ਰਵਾਨ ਹੈ। ਕਾਹਲਾ ਨਾ ਪਵੇ, ਇਹ ਨਾ ਆਖੇ ਕਿ ਮੈਂ 10 ਦਿਨ ਹੋ ਗਏ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ, ਮੈਨੂੰ ਤੇ ਕੋਈ ਫਾਇਦਾ ਨਹੀਂ ਹੋਇਆ, ਮੈਨੂੰ ਕਿੰਨਾ ਸਮਾਂ ਹੋ ਗਿਆ ਨਿਤਨੇਮ ਕਰਦੇ ਨੂੰ, ਮੈਨੂੰ ਤੇ ਕੋਈ ਫਾਇਦਾ ਨਹੀਂ ਹੋਇਆ। ਇਸ ਤਰ੍ਹਾਂ ਨਹੀਂ, ਇੱਥੇ ਤੇ ਜਨਮ ਲੱਗ ਜਾਂਦੇ ਆ ਗੁਰੂ ਦੇ ਦਰ ਦੀ ਬਖਸ਼ਿਸ਼, ਗੁਰੂ ਦੀ ਬਖਸ਼ਿਸ਼ ਪਾਉਣ ਲੱਗਿਆ। ਸਤਿਗੁਰੂ ਕਹਿੰਦੇ ਧੀਰਜ ਜਿਹੜਾ ਹੈ ਨਾ ਉਹਨੂੰ ਆਪਣਾ ਸੁਨਿਆਰਾ ਬਣਾ ਲਾ। ਸੁਨਿਆਰੇ 'ਚ ਕਿੰਨਾ ਧੀਰਜ ਹੁੰਦਾ, ਉਹ ਵਾਰ-ਵਾਰ ਇੱਕ ਛੋਟਾ ਜਿਹਾ ਸੋਨੇ ਦਾ ਟੁਕੜਾ ਲੈ ਕੇ ਉਹਨੂੰ ਸਾਫ਼ ਕਰਦਾ, ਫਿਰ ਉਹਨੂੰ ਹੌਲੀ-ਹੌਲੀ ਘੜਦਾ ਹੈ। ਕਿੰਨੇ ਧੀਰਜ ਦੇ ਨਾਲ, ਕਿੰਨੇ ਪਿਆਰ ਦੇ ਨਾਲ। ਸਤਿਗੁਰੂ ਕਹਿੰਦੇ ਇਵੇਂ ਦਾ ਧੀਰਜ ਰੱਖ, ਐਸਾ ਧੀਰਜ ਰੱਖ, ਦੋਵੇਂ ਹੱਥ ਜੋੜ ਕੇ ਕਹਿ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਕੋਈ ਦਾਵਾ ਨਹੀਂ ਹੈ ਕਿ ਮਿਲ ਹੀ ਮਿਲ, ਕਹਿ ਰਵਿਦਾਸ ਆਸ ਲੱਗ ਜਿਉ। ਇੱਥੇ ਆਸ ਹੈ ਸਿਰਫ, ਕਹਿ ਰਵਿਦਾਸ ਆਸ ਲੱਗ ਜਿਉ, ਚਿਰ ਭਇਓ ਦਰਸ਼ਨ ਦੇ। ਇਸ ਤਰ੍ਹਾਂ ਦਾ ਧੀਰਜ ਰੱਖ ਤੂੰ ਆਪਣੇ ਜੀਵਨ ਦੇ ਵਿੱਚ, ਹੱਥ ਜੋੜ ਕੇ ਖਲੋਤਾ ਰਹਿ ਉਹਦੇ ਦਰ ਤੇ। ਜਿੰਨਾ ਹੀ ਬਾਣੀ ਪੜ੍ਹੀ ਜਾਂਦੀ ਹੈ ਉਸ ਬਾਣੀ ਨੂੰ ਪੜ੍ਹ। ਜਤ ਪਹਾਰਾ ਧੀਰਜ ਸੁਨਿਆਰ। ਫਿਰ ਜੀ ਅਹਰਣ ਮਤ ਵੇਦ ਹਥਿਆਰ। ਅਹਰਣ, ਅਹਰਣ ਨਹੀਂ ਪੜ੍ਹਨਾ, ਅਹਰਣ, ਅਹਰਣ, ਅਹਰਣ ਮਤ। ਮਤ ਆਪਣੀ ਜਿਹੜੀ ਹੈ ਨਾ ਉਹਨੂੰ ਅਹਰਣ ਤੇ ਰੱਖ। ਉਸ ਮਤ ਨੂੰ ਜਿਹੜੀ ਵਿਕਾਰਾਂ ਵੱਲ ਜਾਂਦੀ ਹੈ, ਜਿਹੜੀ ਤੈਨੂੰ ਟਿਕਣ ਨਹੀਂ ਦਿੰਦੀ, ਜਿਹੜੀ ਤੈਨੂੰ ਵਾਰ-ਵਾਰ ਗੁਰੂ ਤੋਂ ਦੂਰ ਕਰਦੀ ਹੈ, ਜਿਹੜੀ ਮਤ ਕਹਿੰਦੀ ਆ
ਕੀ ਰੱਖਿਆ ਬਾਣੀ ਪੜ੍ਹਨ ਦੇ ਵਿੱਚ, ਜਿਹੜੀ ਮੱਤ ਕਹਿੰਦੀ ਕੀ ਰੱਖਿਆ ਗੁਰੂ ਘਰ ਜਾਣ ਦੇ ਵਿੱਚ, ਉਸ ਮੱਤ ਨੂੰ ਪਕੜ ਤੇ ਉਹਨੂੰ ਐਰਣ ਤੇ ਰੱਖ, ਉਹਦੀ ਬਖਸ਼ਿਸ਼ ਦੀ ਐਰਣ ਦੇ ਉੱਤੇ ਰੱਖ ਕੇ ਤੇ ਉਹਦੇ ਉੱਤੇ ਵੇਦ ਹਥਿਆਰ, ਇੱਥੇ ਵੇਦ ਦਾ ਅਰਥ ਕਰਾਂਗੇ ਗਿਆਨ, ਗੁਰੂ ਦੇ ਗਿਆਨ, ਗੁਰੂ ਦੇ ਸ਼ਬਦ ਦਾ ਜਿਹੜਾ ਗਿਆਨ ਹੈ, ਉਸ ਗਿਆਨ ਦਾ ਹਥਿਆਰ, ਹਥਿਆਰ ਨਹੀਂ ਪੜ੍ਹਨਾ ਇਹਨੂੰ, ਹਥਿਆਰ ਥੱਥੇ ਨੂੰ ਬਿਹਾਰੀ ਲੱਗੀ ਹੈ, ਹਥਿਆਰ ਲੈ ਤੂੰ ਗੁਰੂ ਦੇ ਗਿਆਨ ਦਾ ਤੇ ਉਸ ਹਥਿਆਰ ਨੂੰ ਇਸ ਮੱਤ ਉੱਤੇ ਮਾਰ, ਖਿਚੋਤਾ ਪ੍ਰੇਮ ਕੇ ਚਾਬਕ ਮਾਰੂ। ਜੇ ਮਨ ਡੋਲਦਾ ਹੈ, ਜੇ ਮੱਤ ਪੁੱਠੇ ਪਾਸੇ ਜਾਂਦੀ ਹੈ, ਉਸ ਮੱਤ ਨੂੰ ਟਿਕਾ ਤੇ ਉਸ ਮੱਤ ਦੇ ਉੱਤੇ ਗੁਰੂ ਦੇ ਸ਼ਬਦ ਦਾ ਹਥਿਆਰ ਜਿਹੜਾ ਹੈ ਨਾ, ਉਹਨੂੰ ਉਹਦੇ ਨਾਲ ਮਾਰ। ਜਿਵੇਂ ਹਥੌੜਾ ਹੁੰਦਾ, ਹਥਿਆਰ ਤੋਂ ਭਾਵ ਹਥੌੜਾ, ਉਸ ਗੁਰੂ ਦੇ ਗਿਆਨ ਦਾ ਜਿਹੜਾ ਹਥੌੜਾ ਹੈ ਨਾ, ਉਹਨੂੰ ਇਸ ਮੱਤ ਉੱਤੇ ਮਾਰ। ਜਿਹੜੀ ਮੱਤ ਵਿਕਾਰਾਂ ਵੱਲ ਜਾਂਦੀ ਹੈ, ਜਿਹੜੀ ਮੱਤ ਤੈਨੂੰ ਬਾਣੀ ਨਹੀਂ ਪੜ੍ਹਨ ਦਿੰਦੀ, ਜਿਹੜੀ ਮੱਤ ਤੈਨੂੰ ਸਿਮਰਨ ਨਹੀਂ ਕਰਨ ਦਿੰਦੀ, ਜਿਹੜੀ ਮੱਤ ਕਹਿੰਦੀ ਹੈ ਤੂੰ ਗੁਰਦੁਆਰੇ ਜਾ ਕੇ ਕਰਨਾ ਕੀ ਹੈ, ਉਸ ਮੱਤ ਨੂੰ ਇਸ ਅਹਿਰਣ ਤੇ ਰੱਖ ਕੇ ਉੱਤੇ ਗੁਰੂ ਦਾ ਸ਼ਬਦ ਜਿਹੜਾ ਹੈ ਨਾ, ਉਹਦਾ ਵਾਰ ਕਰ। ਸੁਖਮਨੀ ਸਾਹਿਬ ਪੜ੍ਹ, ਬਾਣੀ ਪੜ੍ਹ, ਨਾਮ ਜਪ, ਸਿਮਰਨ ਕਰ, ਸੇਵਾ ਕਰ। ਇਹ ਹਥਿਆਰ ਹਨ ਗੁਰੂ ਦੇ, ਗੁਰੂ ਦੀ ਮੱਤ ਦੇ, ਇਸ ਮੱਤ ਦੇ ਉੱਤੇ ਗੁਰੂ ਸ਼ਬਦ ਦੇ ਹਥਿਆਰ ਨਾਲ ਵਾਰ ਕਰ। ਬਾਣੀ ਪੜ੍ਹਨੀ ਹਥਿਆਰ ਹੈ ਸਭ ਤੋਂ ਵੱਡਾ। ਮਨ ਵਿਕਾਰਾਂ ਵੱਲ ਜਾਵੇ, ਫਿਰ ਗੁਰੂ ਅੱਗੇ ਅਰਦਾਸ ਕਰੇ ਕਿ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨ ਤੇ ਆਪ ਬਚਾਓ, ਇਹ ਭੀਤਰ ਤੇ ਇਨ ਕੋ ਡਾਰੋ, ਆਪਾਂ ਨਿਕਟ ਬੁਲਾਓ। ਇਹ ਹਥਿਆਰ ਹੈ। ਇਸ ਤਰ੍ਹਾਂ ਦੀਆਂ ਚੋਟਾਂ ਆਪਣੇ ਮਨ ਤੇ ਮਾਰ। ਗੁਰਬਾਣੀ ਪੜ੍ਹ, ਸਿਮਰਨ ਕਰ, ਅਹਰਣ ਮੱਤ, ਵੇਦ ਹਥਿਆਰ, ਫਿਰ ਭਉ ਖਲਾ ਅਗਨ ਤਪ ਤਾਓ। ਭਉ ਖੱਲਾ, ਇਹ ਖੱਲਾ ਸ਼ਬਦ ਪੜ੍ਹਨਾ ਉੱਤੇ ਅਧਿਕ ਲਾ ਕੇ। ਇਹ ਖੱਲਾ ਦਾ ਅਰਥ ਹੁੰਦਾ ਹੈ ਧੌਂਕਣੀ। ਜਿਵੇਂ ਫੂਕਣੀ ਹੁੰਦੀ ਹੈ ਨਾ ਚੁੱਲ੍ਹੇ 'ਚ ਅੱਗ ਬਾਲਣ ਵਾਲੀ, ਜਿਵੇਂ ਫੂਕ ਮਾਰਨ ਵਾਸਤੇ ਸੁਆਣੀਆਂ ਪੁਰਾਣੇ ਸਮਿਆਂ ਦੇ ਵਿੱਚ ਇੱਕ ਫੂਕਣੀ ਰੱਖੀ ਹੁੰਦੀ ਸੀ, ਜਿਹਦੇ ਨਾਲ ਫੂਕ ਮਾਰ ਕੇ ਤੇ ਅੱਗ ਬਾਲੀ ਜਾਂਦੀ ਸੀ। ਉਹ ਇੱਕ ਫੂਕਣੀ ਹੁੰਦੀ ਸੁਨਿਆਰੇ ਦੇ ਕੋਲ, ਜਿਹਦੇ ਨਾਲ ਫੂਕ ਮਾਰ ਕੇ ਅੱਗ ਨੂੰ ਤਪਾਉਂਦਾ ਹੈ। ਤੇ ਸਤਿਗੁਰੂ ਕਹਿੰਦੇ ਤੂੰ ਇੰਝ ਕਰ, ਆਪਣਾ ਜਿਹੜਾ ਭਾਵ ਹੈ ਨਾ ਪਰਮਾਤਮਾ ਦਾ ਨਿਰਮਲ ਭਾਵ, ਉਸ ਨਿਰਮਲ ਭਾਵ ਦੇ ਵਿੱਚ ਰਹਿ ਕਿ ਉਹ ਮੈਨੂੰ ਦੇਖ ਰਿਹਾ ਹੈ। ਜੇ ਮੈਂ ਵਿਕਾਰ ਕਮਾਵਾਂਗਾ ਉਹ ਤਾਂ ਵੀ ਕੋਲ ਹੈ, ਤੇ ਜੇ ਮੈਂ ਕਿਸੇ ਨਾਲ ਧੋਖਾ ਕਰਾਂਗਾ ਤਾਂ ਵੀ ਕੋਲ ਹੈ। ਇਹ ਗੱਲ ਆਪਣੇ ਹਿਰਦੇ 'ਚ ਵਸਾ। ਇਹਨੂੰ ਜਿਹੜੀ ਹੈ ਫੂਕਣੀ, ਇਹਨੂੰ ਜਿਹੜਾ ਹੈ ਧੌਂਕਣੀ ਬਣਾ ਲਾ। ਖੱਲਾ ਭਾਉ ਖੱਲਾ ਅਗਨ ਤਪ ਤਾਓ, ਫਿਰ ਅਗਨ ਜਿਹੜੀ ਹੈ ਉਹਨੂੰ ਤਪਾ। ਉਹ ਕਿਹੜੀ ਅਗਨ ਹੈ? ਤਪ, ਤਪ ਦੀ ਅਗਨ। ਕਿਹੜਾ ਤਪ ਕਰਨਾ ਹੈ ਸਿੱਖ ਨੇ? ਅੰਮ੍ਰਿਤ ਵੇਲੇ ਜਾਗਣ ਦਾ ਤਪ ਸਭ ਤੋਂ ਵੱਡਾ ਹੁੰਦਾ ਹੈ। ਉਹ ਸਮਾਂ ਹੁੰਦਾ ਹੈ ਜਦੋਂ ਨੀਂਦ ਬੜਾ ਪ੍ਰਬਲ ਜ਼ੋਰ ਪਾਉਂਦੀ ਹੈ। ਅੰਮ੍ਰਿਤ ਵੇਲੇ ਜਾਗਣਾ, ਫਿਰ ਸਿਮਰਨ 'ਚ ਜੁੜਨਾ, ਫਿਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਕਿਤੇ ਦਾ ਕਿਤੇ ਚਲਾ ਜਾਂਦਾ ਹੈ। ਉਸ ਮਨ ਨੂੰ ਫੜ ਕੇ ਫਿਰ ਬਾਣੀ ਦੇ ਵਿੱਚ ਲੈ ਕੇ ਆਉਣਾ। ਇਹਨੂੰ ਕਹਿੰਦੇ ਆ ਅਗਨ ਤਪ ਤਾਓ। ਇਹੋ ਜਿਹਾ ਤਪ ਕਰ ਤੂੰ। ਬਾਣੀ ਪੜ੍ਹਨ 'ਚ ਚਿੱਤ ਲਾ ਆਪਣਾ, ਸਿਮਰਨ ਕਰਨ 'ਚ ਚਿੱਤ ਲਾ ਆਪਣਾ। ਐਸਾ ਤਪ ਕਮਾ, ਭਉ ਰੱਖ ਉਹਦੇ ਨਾਮ ਦਾ। ਭਉ ਰੱਖ ਉਹ ਨੇੜੇ ਹੈ ਕਿ ਉਹ ਮੈਨੂੰ ਸਦਾ ਹੀ ਦੇਖ ਰਿਹਾ ਹੈ। ਮੈਂ ਵਿਕਾਰਾਂ ਵੱਲ ਜਾਵਾਂਗਾ, ਪੁੱਠੇ ਪਾਸੇ ਜਾਵਾਂਗਾ, ਵਿਕਾਰ ਕਮਾਵਾਂਗਾ, ਉਹ ਮੈਨੂੰ ਦੇਖ ਰਿਹਾ ਹੈ। ਇਹਦਾ ਭਉ ਰੱਖ, ਇਹਦਾ ਡਰ ਰੱਖ ਪ੍ਰਮਾਤਮਾ ਦਾ। ਅਗਨ ਤਪ ਤਾਓ। ਅਗਨ ਕਿਹੜੀ ਤਪਾਉਣੀ ਹੈ? ਤਪ ਕਰ। ਕਿਹੜਾ ਤਪ ਕਰਨਾ ਹੈ? ਅੰਮ੍ਰਿਤ ਵੇਲੇ ਜਾਗਣ ਦਾ, ਗੁਰੂ ਦਰ ਤੇ ਹਾਜ਼ਰੀ ਭਰਨ ਦਾ, ਸੇਵਾ ਕਰਨ ਦਾ, ਸਿਮਰਨ ਕਰਨ ਦਾ ਤਪ ਜਿਹੜਾ ਹੈ ਨਾ, ਇਹ ਤਪ ਕਰ। ਕਿਉਂਕਿ ਮਨ ਨਹੀਂ ਜਲਦੀ ਇਸ ਪਾਸੇ ਆਉਂਦਾ। ਇਹ ਤਪ ਕਰ ਤੂੰ, ਆਪਣੇ ਆਪ ਨੂੰ ਢਾਲ। ਫਿਰ ਉਸ ਤੋਂ ਬਾਅਦ ਜਦੋਂ ਤੇਰਾ ਇਸ ਤਰ੍ਹਾਂ ਦਾ ਜੀਵਨ ਹੋ ਗਿਆ, ਜਦੋਂ ਤੇਰੇ ਜੀਵਨ 'ਚ ਜਤ ਆ ਗਿਆ, ਧੀਰਜ ਆ ਗਿਆ, ਫਿਰ ਤੇਰੀ ਮੱਤ ਸ਼ੁੱਧ ਹੋ ਗਈ ਸ਼ਬਦ ਦੇ ਹਥਿਆਰ ਨਾਲ, ਸ਼ਬਦ ਦੇ ਹਥੌੜਿਆਂ ਦੇ ਨਾਲ। ਫਿਰ ਉਸ ਤੋਂ ਬਾਅਦ ਜਦੋਂ ਤੂੰ ਭਉ ਰੱਖ ਲਿਆ ਮਨ ਦੇ ਵਿੱਚ, ਜਦੋਂ ਤੂੰ ਤਪ ਕੀਤਾ, ਅੰਮ੍ਰਿਤ ਵੇਲੇ ਜਾ ਕੇ ਆਪਣੇ ਮਨ ਨੂੰ ਫੜ ਫੜ ਕੇ ਬਾਣੀ ਦੇ ਵਿੱਚ ਲਾਇਆ, ਫਿਰ ਉਸ ਤੋਂ ਬਾਅਦ ਤੇਰੇ ਅੰਦਰੋਂ ਜਿਹੜਾ ਹੈ ਨਾ ਅੰਮ੍ਰਿਤ ਨਿਕਲਣ ਲੱਗੇਗਾ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਫਿਰ ਭਾਓ ਜਦੋਂ ਆਏਗਾ ਨਾ, ਪਿਆਰ ਆਏਗਾ, ਪਿਆਰ ਦਾ ਭਾਂਡਾ ਬਣਾ। ਪਿਆਰ ਦਾ ਭਾਂਡਾ ਬਣਾ ਕੇ ਉਸ ਪਿਆਰ ਦੇ ਭਾਂਡੇ ਦੇ ਵਿੱਚ ਅੰਮ੍ਰਿਤ ਤਿਤ ਢਾਲ, ਢਾਲ ਕੇ ਉਹਦੇ ਵਿੱਚ ਅੰਮ੍ਰਿਤ ਪਾ। ਜਿਵੇਂ ਸੁਨਿਆਰਾ ਉਠਾਲੀ ਦੇ ਵਿੱਚ ਪਾ ਕੇ ਸੋਨਾ ਤੇ ਫਿਰ ਉਹਨੂੰ ਸ਼ੇਪ ਦਿੰਦਾ ਹੈ ਨਾ ਵੱਖ ਵੱਖ ਤਰ੍ਹਾਂ ਦੇ ਗਹਿਣਿਆਂ ਦੀ, ਤੇ ਉਸ ਤਰ੍ਹਾਂ ਆਪਣੇ ਮਨ ਨੂੰ ਜਿਹੜਾ, ਆਪਣੇ ਪਰਮਾਤਮਾ ਦੇ ਭਾਵ ਨੂੰ, ਪਰਮਾਤਮਾ ਦੇ ਪ੍ਰੇਮ ਨੂੰ ਜਿਹੜਾ ਹੈ, ਉਹ ਭਾਂਡਾ ਬਣਾ ਲਾ, ਉਹ ਕੁਠਾਲੀ ਬਣਾ ਲਾ। ਫਿਰ ਉਹਦੇ ਵਿੱਚ ਅੰਮ੍ਰਿਤ ਤਿਤ ਢਾਲ, ਫਿਰ ਉਹਦੇ ਵਿੱਚ ਅੰਮ੍ਰਿਤ ਢਾਲ ਕੇ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਉਹਦੇ ਵਿੱਚ ਪਾ। ਭਾਵ ਪਿਆਰ ਦੇ ਨਾਲ ਜਪ ਉਹਨੂੰ,
ਪਿਆਰ ਦੇ ਨਾਲ ਉਹਦਾ ਸਿਮਰਨ ਕਰਨਾ ਕਰ, ਉਹਨੂੰ ਯਾਦ ਕਰ ਪਿਆਰ ਦੇ ਨਾਲ। ਅੰਮ੍ਰਿਤ ਤਿਤ ਢਾਲ ਫੇਰ ਘੜੀਐ ਸ਼ਬਦ ਸੱਚੀ ਟਕਸਾਲ। ਫਿਰ ਜਿਹੜੀ ਹੈ ਨਾ, ਘੜੀਐ ਸ਼ਬਦ ਸੱਚੀ ਟਕਸਾਲ, ਫਿਰ ਸ਼ਬਦ ਦੀ ਘਾੜਤ ਦੇ ਵਿੱਚ ਤੂੰ ਘੜਿਆ ਜਾਏਗਾ। ਫਿਰ ਸ਼ਬਦ ਦੀ ਘਾੜਤ ਘੜਨੀ ਹੈ ਤੇ ਤੂੰ ਫਿਰ ਸੱਚੀ ਟਕਸਾਲ ਕਿਹੜੀ ਹੁੰਦੀ ਹੈ? ਸਤ ਸੰਗਤ। ਉਸ ਟਕਸਾਲ, ਸਤ ਸੰਗਤ ਰੂਪੀ ਟਕਸਾਲ ਚ ਬਹਿ ਕੇ ਸ਼ਬਦ ਦੀ ਕਮਾਈ ਕਰਨੀ ਹੈ ਸਿੱਖ ਨੇ। ਪਿਆਰ ਦੇ ਨਾਲ ਜਪਣਾ ਹੈ, ਅਮਰ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਉਹ ਢਾਲ ਕੇ ਆਪਣੇ ਹਿਰਦੇ ਚ ਪਾਉਣਾ ਹੈ। ਫਿਰ ਉਹਨੂੰ ਪਕਿਆਈ ਵੀ ਚਾਹੀਦੀ ਹੈ ਨਾ, ਪੱਕਾ ਵੀ ਕਰਨਾ। ਤੇ ਫਿਰ ਉਹ ਪੱਕਾ ਕਰਨ ਵਾਸਤੇ ਸਤ ਸੰਗਤ ਚ ਜਾ, ਗੁਰੂ ਘਰ ਜਾ, ਫਿਰ ਉੱਥੇ ਬੈਠ ਕੇ ਕੀਰਤਨ ਸੁਰ, ਕਥਾ ਸੁਣ, ਉੱਥੇ ਬੈਠ ਕੇ ਨਾਮ ਸਿਮਰਨ ਕਰ ਸੰਗਤ ਨਾਲ ਬੈਠ ਕੇ, ਤੇ ਫਿਰ ਉੱਥੇ ਸੰਗਤ ਚ ਸੇਵਾ ਕਰ। ਇਹ ਕੀ ਹੈ? ਟਕਸਾਲ। ਘੜੀਐ ਸ਼ਬਦ ਸੱਚੀ ਟਕਸਾਲ। ਜਿਵੇਂ ਕੋਈ ਸਿੱਕਾ ਘੜਿਆ ਜਾਂਦਾ ਹੈ ਨਾ ਟਕਸਾਲ ਦੇ ਵਿੱਚ, ਇਸ ਤਰ੍ਹਾਂ ਆਪਣੇ ਜੀਵਨ ਨੂੰ ਸਤ ਸੰਗਤ ਰੂਪੀ ਟਕਸਾਲ ਚ ਘੜ। ਯਤ ਰੱਖ, ਧੀਰਜ ਰੱਖ, ਮੱਤ ਦੇ ਉੱਤੇ ਪਰਮ ਗੁਰੂ ਦਾ ਸ਼ਬਦ ਮਾਰ, ਸ਼ਬਦ ਦੀ ਚੋਟ ਲਾ, ਫਿਰ ਭਉ ਰੱਖ ਉਹਦਾ, ਫਿਰ ਉਸ ਤੋਂ ਬਾਅਦ ਤਪ ਕਰ, ਤੇ ਫਿਰ ਉਸ ਤੋਂ ਬਾਅਦ ਭਾਂਡਾ ਜਿਹੜਾ ਪਿਆਰ ਦਾ ਭਾਂਡਾ ਲੈ ਕੇ ਪਿਆਰ ਕਰ ਉਹਦੇ ਪ੍ਰਮਾਤਮਾ ਦੇ ਨਾਲ। ਫਿਰ ਉਹਦੇ ਵਿੱਚ ਨਾਮ ਰੂਪੀ ਅੰਮ੍ਰਿਤ ਢਾਲ ਕੇ ਪਾ, ਤੇ ਫਿਰ ਇੰਨਾ ਕੁਝ ਕਰਨ ਤੋਂ ਬਾਅਦ ਤੂੰ ਇਹਨੂੰ ਪਕਿਆਈ ਦੇ, ਪੱਕਾ ਕਰ। ਘੜੀਐ ਸ਼ਬਦ ਸੱਚੀ ਟਕਸਾਲ, ਫਿਰ ਸਤ ਸੰਗਤ ਦੇ ਵਿੱਚ ਜੁੜ, ਉਹਦੇ ਵਿੱਚ ਆ ਕੇ ਫਿਰ ਜੀਵਨ ਤੇਰਾ ਪੱਕਾ ਹੋਵੇਗਾ, ਫਿਰ ਤੂੰ ਡੋਲੇਗਾ ਨਹੀਂ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਇੰਨਾ ਕੁਝ ਕਰਕੇ ਨਾ ਇਹ ਨਾ ਸੋਚੀ ਇਹ ਸਾਰਾ ਕੁਝ ਮੈਂ ਕੀਤਾ, ਮੈਂ ਜਤੀ ਰਿਹਾ, ਮੈਂ ਧੀਰਜ ਰੱਖਿਆ, ਮੈਂ ਖਤਮ ਕਰ ਦੇ। ਫਿਰ ਇਹ ਗੱਲ ਨਾ ਲੈ ਕੇ ਆਈ ਕਿ ਮੈਂ ਜਤ ਵਿੱਚ ਰਿਹਾ ਜੀ, ਮੈਂ ਬੜਾ ਧੀਰਜਵਾਨ ਆ, ਮੈਂ ਸ਼ਬਦ ਨੂੰ ਕਮਾਇਆ ਹੈ। ਇਹ ਗੱਲ ਦਿਲ ਚ ਨਾ ਲੈ ਕੇ ਆ। ਸਤਿਗੁਰੂ ਕਹਿੰਦੇ ਜਿਨ ਕੋ ਨਦਰ ਕਰਮ ਤਿਨਕਾਰ। ਇਹ ਹੱਥ ਜੋੜ ਕੇ ਕਹਿ, ਵਾਹਿਗੁਰੂ ਤੇਰੀ ਨਜ਼ਰ ਹੈ ਮੇਰੇ ਉੱਤੇ, ਤੇ ਤਾਂ ਹੀ ਤੇ ਤੂੰ ਮੈਨੂੰ ਬਖਸ਼ਿਸ਼ ਕੀਤੀ ਤੇ ਮੈਂ ਤੈਨੂੰ ਸਿਮਰਿਆ। ਜਿਨ ਕੋ ਨਦਰ ਕਰਮ ਤਿਨਕਾਰ। ਸਤਿਗੁਰੂ ਕਹਿੰਦੇ ਇਹ ਜਿਹੜੀ ਕਾਰ ਉਹ ਮਨੁੱਖ ਕਮਾਉਂਦੇ ਆ ਜਿਨ੍ਹਾਂ ਦੇ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿਨ੍ਹਾਂ ਉੱਤੇ ਉਹ ਪ੍ਰਭੂ ਆਪ ਕਿਰਪਾ ਕਰਦਾ। ਜਿਨ ਕੋ ਨਦਰ ਕਰਮ ਤਿਨਕਾਰ। ਫਿਰ ਕੀ ਹੋਇਆ? ਨਾਨਕ ਨਦਰੀ ਨਦਰ ਨਿਹਾਲ। ਫਿਰ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹ ਮਨੁੱਖ ਨਿਹਾਲ ਹੋ ਗਏ। ਨਿਹਾਲ ਸ਼ਬਦ ਵੀ ਆਨੰਦ ਨਾਲ ਜੁੜਦਾ ਹੈ, ਉਹ ਆਨੰਦਮਈ ਹੋ ਗਏ ਉਹਨਾਂ ਦਾ ਜੀਵਨ। ਉਹ ਫਿਰ ਬਣ ਗਏ ਕੌਣ ਜੀ? ਸਚਿਆਰ ਮਨੁੱਖ ਬਣ ਗਏ। ਫਿਰ ਉਹ ਬਣ ਗਏ ਪੰਚ ਪ੍ਰਵਾਨ ਜਨ ਬਣ ਗਏ, ਜਿਹੜੇ ਦਰ ਤੇ ਸੌਂਦੇ ਹਨ ਪ੍ਰਮਾਤਮਾ ਦੇ। ਫਿਰ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਬਣ ਜਾਂਦਾ ਹੈ, ਜਿਹੜੇ ਇਹ ਸਾਰੀ ਰਹਿਤ ਕਮਾਉਂਦੇ ਆ, ਜਿਹੜੇ ਆਪਣੇ ਮਨ ਨੂੰ ਠੋਕਰਾਂ ਲਾਉਂਦੇ ਆ ਕਿ ਭਾਈ ਤੂੰ ਕਿਹੜੇ ਪਾਸੇ ਕਰਨ ਕੀ ਆਇਆ ਤੇ ਤੇਰਾ ਕਾਰਜ ਕੀ ਹੈ। ਜਦੋਂ ਮਨ ਨੂੰ ਵਾਰ-ਵਾਰ ਹੋੜਦੇ ਆ, ਫਿਰ ਉਹਨਾਂ ਨੂੰ ਸਤਿਗੁਰੂ ਬਖਸ਼ਿਸ਼ ਕਰਕੇ ਸੰਗਤ ਨਾਲ ਮਨਾਉਂਦੇ ਆ। ਫਿਰ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਫਿਰ ਉਹਦੀ ਮਿਹਰ ਦੀ ਨਿਗਾਹ ਦੇ ਨਾਲ ਉਹ ਨਦਰ ਨਿਹਾਲ, ਉਹਦੀ ਮਿਹਰ ਦੀ ਨਿਗਾਹ ਦੇ ਨਾਲ ਨਿਹਾਲ ਹੋ ਜਾਂਦੇ ਆ। ਫਿਰ ਉਹਨਾਂ ਦਾ ਜੀਵਨ ਜਿਹੜਾ ਨਿਹਾਲ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਸਤਿਗੁਰੂ ਅੱਗੇ ਸਲੋਕ ਦੀ ਬਖਸ਼ਿਸ਼ ਕਰਦੇ ਆ। ਸਾਧ ਸੰਗਤ ਇੱਥੋਂ ਤੱਕ ਆਪਾਂ ਜਿਹੜੀਆਂ ਨਾ ਇਹ 38 ਪੌੜੀਆਂ ਜਿਹੜੀਆਂ ਉਹ ਕਰ ਲਈਆਂ। ਇੱਥੋਂ ਤੱਕ ਸਤਿਗੁਰਾਂ ਨੇ ਦੱਸਿਆ ਕਿ ਕਿਵੇਂ ਦਾ ਮਨੁੱਖ ਦਾ ਇੱਕ ਜੀਵਨ ਹੋਣਾ ਚਾਹੀਦਾ ਜਿਹਦੇ ਨਾਲ ਉਹ ਪਰਮਾਤਮਾ ਦੇ ਵਿੱਚ ਜੁੜੇ। ਹੁਣ ਸਤਿਗੁਰੂ ਸਲੋਕ ਦੀ ਬਖਸ਼ਿਸ਼ ਕਰਦੇ ਆ। ਸਰਲੇਖ ਰੂਪ ਦੇ ਵਿੱਚ ਸਲੋਕ ਇੱਥੇ ਆਇਆ। ਉਦਾਂ ਆਪਾਂ 2 ਸਲੋਕਾਂ ਦੀ ਗੱਲ ਕੀਤੀ ਸੀ ਜਦੋਂ ਆਰੰਭਤਾ ਕੀਤੀ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਸਲੋਕ ਸੀ। ਤੇ ਇੱਕ ਇਹ ਸਲੋਕ ਹੈ ਜਿਹੜਾ ਜਿਹਦੇ ਉੱਪਰ ਸਰਲੇਖ ਸਤਿਗੁਰਾਂ ਨੇ ਦਿੱਤਾ। ਤੇ ਸਤਿਗੁਰੂ ਇਹਦੇ ਵਿੱਚ ਹੁਣ ਫਿਰ ਬਖਸ਼ਿਸ਼ ਕਰਦੇ ਆ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਪਵਨ ਜਿਹੜੀ ਉਹ ਗੁਰੂ ਹੈ, ਪਾਣੀ ਜਿਹੜਾ ਉਹ ਪਿਤਾ ਹੈ, ਮਾਤਾ ਧਰਤੀ ਹੈ ਜਿਹਦੇ ਉੱਤੇ ਜਿਹੜੀ ਕਰਮ ਭੂਮੀ ਜਿਹਦੇ ਉੱਤੇ ਸਤਿਗੁਰਾਂ ਨੇ ਕਿਹਾ ਸੀ ਕਰਮ ਕਮਾਉਣੇ ਆ। ਇਹ ਸਾਡੀ ਮਾਤਾ ਹੈ। ਜਦੋਂ ਸਾਡੀ ਪ੍ਰਤਪਾਲਣਾ ਵੀ ਇਹਦੇ ਵਿੱਚ ਹੁੰਦੀ ਹੈ, ਕਿਉਂਕਿ ਜਿਹਦੇ ਵਿੱਚ ਸਾਰਾ ਕੁਝ ਪੈਦਾ ਹੁੰਦਾ। ਤੇ ਫਿਰ ਅਸੀਂ ਜਦੋਂ ਇਸ ਧਰਤੀ ਨੂੰ ਛੱਡਦੇ ਹਾਂ ਤੇ ਫਿਰ ਇਹਦੇ ਵਿੱਚ ਹੀ ਸਮਾ ਜਾਂਦੇ। ਇਸ ਕਰਕੇ ਮਾਤਾ ਹੈ। ਪੌਣ ਜਿਹੜੀ ਜਿਹਦੇ ਨਾਲ ਅਸੀਂ ਸਾਹ ਲੈ ਰਹੇ ਹਾਂ, ਹਵਾ ਨਾ ਹੋਵੇ ਤੇ ਸਾਨੂੰ ਸਾਹ ਨਹੀਂ ਆ ਸਕਦਾ। ਤੇ ਪਵਨ ਗੁਰੂ ਇਸ ਤਰ੍ਹਾਂ ਵੀ ਹੈ ਕਿ ਜਿਹੜੇ ਸ਼ਬਦ ਦੀ ਅਸੀਂ ਗੱਲ ਕਰਦੇ ਹਾਂ ਉਹ ਪਾਉਣ ਦੇ ਨਾਲ ਹੀ ਸੰਬੰਧ ਰੱਖਦਾ। ਕਿਉਂਕਿ ਜਦੋਂ ਸ਼ਬਦ ਅਸੀਂ ਬੋਲਦੇ ਹਾਂ ਇਹਦੇ ਵਾਸਤੇ ਉਹ ਹਵਾ ਦੀ ਜ਼ਰੂਰਤ ਹੁੰਦੀ ਹੈ। ਜੇ ਹਵਾ ਹੀ ਨਾ ਹੋਵੇ ਤੇ ਅਸੀਂ
ਸ਼ਬਦ ਨਹੀਂ ਬੋਲ ਸਕਦੇ। ਸ਼ਬਦ ਦੀ ਕਮਾਈ ਜਿਹੜੀ ਹੈ ਕਰਨੀ ਹੈ, ਉਹ ਪਾਉਣ ਦੇ ਨਾਲ ਹੀ ਸ਼ਬਦ ਜਿਹੜਾ ਸਾਡੇ ਅੰਦਰ ਚੱਲਦਾ ਹੈ ਨਾ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ, ਪਵਨ ਗੁਰੂ ਹੈ। ਪਵਨ ਗੁਰੂ ਪਾਣੀ ਪਿਤਾ ਹੈ, ਕਿਉਂਕਿ ਪਾਣੀ ਦੇ ਨਾਲ ਹੀ ਸਾਡਾ ਜੀਵਨ ਹੈ। ਪਾਣੀ ਹੈ ਤੇ ਅਸੀਂ ਹਾਂ। ਜਦੋਂ ਪਾਣੀ ਖਤਮ ਹੋ ਜਾਏਗਾ ਤੇ ਮਨੁੱਖ ਦਾ ਜੀਵਨ ਵੀ ਸਮਾਪਤ ਹੈ। ਇਸ ਕਰਕੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਧਰਤੀ ਸਾਡੀ ਮਾਤਾ ਹੈ, ਸਮੁੱਚੀ ਧਰਤੀ। ਇੱਥੇ ਇਹ ਨਹੀਂ ਕਿ ਭਾਰਤ ਮਾਤਾ ਕੀ ਜੈ ਵਾਲੀ ਧਰਤੀ, ਨਹੀਂ, ਇਹ ਸਮੁੱਚੀ ਧਰਤੀ। ਸਾਰੀ ਧਰਤੀ ਤੈਨੂੰ ਜਿਹੜੀ ਧਰਮ ਕਮਾਉਣ ਵਾਸਤੇ ਮਿਲੀ ਹੈ ਨਾ, ਜਿਹਦੇ ਉੱਤੋਂ ਤੂੰ ਖਾਣਾ ਹੈ, ਜੋ ਵੀ ਇੱਥੋਂ ਪੈਦਾ ਹੁੰਦਾ ਹੈ ਤੈਨੂੰ ਖਾਣ ਵਾਸਤੇ ਦਿੰਦੀ ਹੈ। ਫਿਰ ਅਖੀਰ ਨੂੰ ਤੈਨੂੰ ਬੁੱਕਲ 'ਚ ਲੈ ਲੈਂਦੀ ਹੈ ਜਦੋਂ ਤੂੰ ਇਸ ਧਰਤੀ ਤੋਂ ਜਾਣਾ। ਜਦੋਂ ਤੇਰੇ ਪ੍ਰਾਣ ਨਿਕਲ ਜਾਂਦੇ ਉਦੋਂ ਵੀ ਇਹ ਮਾਤਾ ਬਣ ਕੇ ਤੈਨੂੰ ਆਪਣੀ ਬੁੱਕਲ 'ਚ ਲੈ ਲੈਂਦੀ ਹੈ। ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ। ਦਿਨ ਤੇ ਰਾਤ ਜਿਹੜਾ ਹੈ ਉਹ ਦਾਈ ਤੇ ਦਾਈ ਦੀ ਤਰ੍ਹਾਂ ਹੈ। ਰਾਤ ਨੂੰ ਮਨੁੱਖ ਸੌਂ ਜਾਂਦਾ ਹੈ ਤੇ ਦਿਨ ਵੇਲੇ ਜਿਹੜਾ ਹੈ ਉਹ ਆਪਣੇ ਕੰਮਾਂ ਕਾਰਾਂ ਤੇ ਜਾਂਦਾ ਹੈ। ਇਹ ਖਿਡਾਵੇ ਹਨ। ਖਿਡਾਵਾ ਜਿਹੜਾ ਹੈ ਸਵੇਰੇ ਸਾਨੂੰ ਉਂਗਲ ਲਾ ਕੇ ਕੰਮਾਂ ਕਾਰਾਂ ਤੇ ਲੈ ਜਾਂਦਾ ਹੈ। ਮਨੁੱਖ 100 ਤਰ੍ਹਾਂ ਦੇ ਕਾਰਜ ਜਿਹੜਾ ਕਮਾਉਂਦਾ, ਇਹ ਦਿਨ ਹੀ ਹੈ ਨਾ। ਦਿਨ ਵੇਲੇ ਆਪਾਂ ਕੰਮਾਂ ਕਾਰਾਂ ਤੇ ਜਾਂਦੇ ਹਾਂ। ਇਹ ਆਪਾਂ ਖੇਡਦੇ ਹਾਂ ਪ੍ਰਮਾਤਮਾ ਦੇ ਇਸ ਜਗਤ ਦੇ ਵਿੱਚ। ਦਿਵਸ ਰਾਤ ਦੋਇ ਦਾਈ ਦਾਇਆ। ਫਿਰ ਮਨੁੱਖ ਸਾਰਾ ਦਿਨ ਖੇਡਦਾ ਰਹਿੰਦਾ ਹੈ ਇਸ ਦਾਏ ਦੇ ਨਾਲ। ਇਹ ਦਾਇਆ ਇਹਨੂੰ ਕਿਤੇ ਕਿਸੇ ਕਾਰਜ ਵਿੱਚ ਲਾ ਦਿੰਦਾ ਹੈ, ਕਿਸੇ ਕਾਰਜ 'ਚ ਮਨੁੱਖ ਸਾਰਾ ਦਿਨ ਕਾਰਜ ਕਰਦਾ ਰਹਿੰਦਾ ਹੈ ਤੇ ਦਾਈ ਫਿਰ ਰਾਤ ਨੂੰ ਇਹਨੂੰ ਸਵਾਉਂਦੀ ਹੈ ਜਦੋਂ ਥੱਕ ਜਾਂਦਾ ਹੈ। ਦਿਵਸ ਰਾਤ ਦੋਇ ਦਾਈ ਦਾਇਆ। ਇਹ ਦੋਵੇਂ ਖਿਡਾਵੇ ਹਨ, ਖਿਡਾਵਾ ਤੇ ਖਿਡਾਵੀ, ਜਿਹੜੇ ਮਨੁੱਖ ਨੂੰ ਦਿਨ ਰਾਤ ਖਿਡਾਉਂਦੇ ਆ। ਦਿਨੇ ਖਿਡਾਉਂਦਾ ਰਹਿੰਦਾ ਦਾਇਆ ਤੇ ਰਾਤ ਨੂੰ ਦਾਈ ਜਿਹੜੀ ਹੈ ਰਾਤ, ਉਹ ਜਿਹੜੀ ਹੈ ਉਹਨੂੰ ਸਵਾ ਦਿੰਦੀ ਹੈ ਥੱਕੇ ਹੋਏ ਨੂੰ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਕੋਈ ਇੱਕ ਮਨੁੱਖ ਨਹੀਂ, ਸਮੁੱਚਾ ਜਗਤ ਇਹਦੇ ਵਿੱਚ ਖੇਡ ਰਿਹਾ। ਹੁਣ ਜਗਤ ਦੇ ਵਿੱਚ ਸਾਰੇ ਜੀਵ ਜੰਤੂ ਆ ਜਾਂਦੇ ਆ, ਸਾਰਾ ਕੁਛ ਆ ਜਾਂਦਾ ਹੈ। ਸਮੁੱਚਾ ਜਗਤ ਇਹਦੇ ਵਿੱਚ ਖੇਡ ਰਿਹਾ ਇਸ ਦਾਈ ਦਾਏ ਦੇ ਨਾਲ। ਦਿਨੇ ਲੋਕੀ ਕਾਰ ਕਮਾਉਂਦੇ ਆ, ਸ਼ਾਮਾਂ ਨੂੰ ਥੱਕ ਕੇ ਸੌਂ ਜਾਂਦੇ ਆ। ਇਹੀ ਕਾਰ ਜਿਹੜੀ ਹੈ ਸਾਰਾ ਦਿਨ ਚੱਲਦੀ ਰਹਿੰਦੀ ਆ। ਇਹ ਸਾਨੂੰ ਖੇਡਣ ਵਾਸਤੇ ਦਿੱਤੇ ਹੋਏ ਪ੍ਰਮਾਤਮਾ ਨੇ ਦਿਨ ਤੇ ਰਾਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਚੰਗਿਆਈਆਂ ਐੜੇ ਦੇ ਉੱਤੇ ਬਿੰਦੀ ਲਾਉਣੀ ਹੈ ਜੀ, ਤੇ ਬੁਰਿਆਈਆਂ ਇੱਥੇ ਵੀ ਬਿੰਦੀ ਲੱਗੇਗੀ। ਚੰਗਿਆਈਆਂ ਤੇ ਬੁਰਿਆਈਆਂ ਸਾਡੀਆਂ ਜਿਹੜੀਆਂ ਉਹ ਵਾਚੈ ਧਰਮ ਹਦੂਰ। ਉਹ ਸਾਡਾ ਧਰਮ ਰਾਜ ਜਿਹੜਾ ਹੈ ਉਹ ਸਾਡੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਵਾਚ ਰਿਹਾ ਹੈ। ਕਿਉਂਕਿ ਸਾਨੂੰ ਇਹ ਪਵਨ ਦਿੱਤੀ ਹੈ, ਪਾਣੀ ਪਿਤਾ, ਸਾਰਾ ਕੁਛ ਮਿਲਿਆ ਹੋਇਆ। ਧਰਤੀ ਦਿੱਤੀ ਹੈ ਪ੍ਰਮਾਤਮਾ ਨੇ, ਦਿਨ ਰਾਤ ਦਿੱਤੇ ਹੋਏ ਆ। ਤੇ ਜੇ ਉਹਨੂੰ ਕਮਾਵਾਂਗੇ ਨਹੀਂ, ਉਹਨੂੰ ਯਾਦ ਨਾ ਕਰਾਂਗੇ, ਫਿਰ ਸਾਡੀਆਂ ਚੰਗਿਆਈਆਂ ਤੇ ਬੁਰਿਆਈਆਂ ਵਾਚਣ ਵਾਲਾ ਧਰਮ ਰਾਜਾ ਜਿਹੜਾ ਉਹ ਬੈਠਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਨੇੜੇ ਹੋ ਜਾਂਦਾ ਆਪਣੇ ਕਰਮਾਂ ਕਰਕੇ ਪ੍ਰਮਾਤਮਾ ਤੋਂ, ਤੇ ਕੋਈ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਦੂਰ ਹੋ ਜਾਂਦੇ ਪ੍ਰਮਾਤਮਾ ਤੋਂ ਆਪਣੇ ਕਰਮਾਂ ਕਰਕੇ। ਜਿਹੜੇ ਤੇ ਜਪਦੇ ਉਹ ਨੇੜੇ ਹੋ ਜਾਂਦੇ ਆ, ਤੇ ਜਿਹੜੇ ਨਹੀਂ ਜਪਦੇ ਉਹ ਦੂਰ ਹੋ ਜਾਂਦੇ ਆਪਣੇ ਕਰਮਾਂ ਦਾ ਕਰਕੇ। ਸਤਿਗੁਰੂ ਕਹਿੰਦੇ ਇੱਥੋਂ ਅਰਥ ਇਹ ਵੀ ਹੋ ਸਕਦਾ ਕਿ ਕਈਆਂ ਦੇ ਕੋਲ ਹੈ ਪ੍ਰਮਾਤਮਾ ਕਰਮਾਂ ਦਾ ਕਰਕੇ, ਜਿਨ੍ਹਾਂ ਦੇ ਕਰਮ ਚੰਗੇ ਹਨ, ਤੇ ਜਿਨ੍ਹਾਂ ਦੇ ਕਰਮ ਨਹੀਂ ਚੰਗੇ ਪ੍ਰਮਾਤਮਾ ਉਹਨਾਂ ਤੋਂ ਦੂਰ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਘਾਲ। ਜਿਨ੍ਹਾਂ ਨੇ ਨਾਮ ਤੇ ਆਇਆ ਉਹਨਾਂ ਨੇ ਫਿਰ ਮੁਸ਼ੱਕਤ ਘਾਲੀ। ਕਿਹੜੀ ਮੁਸ਼ੱਕਤ? ਜਿਹੜੀ ਆਪਾਂ ਪਿਛਲੀ ਪੌੜੀ 'ਚ ਕਰ ਆਏ ਹਾਂ। ਜਤ ਕੀਤਾ, ਧੀਰਜ ਕੀਤਾ, ਹਨਾ। ਉਹ ਜਿਹੜੀ ਮੁਸ਼ੱਕਤ ਉਹਨਾਂ ਨੇ ਘਾਲੀ, ਘਾਲ ਕੇ ਫਿਰ ਆਪਣੇ ਜੀਵਨ ਨੂੰ ਸਵਾਰਿਆ। ਜਿਨੀ ਨਾਮ ਤੇ ਆਇਆ, ਨਾਮ ਧਿਆ ਕੇ ਉਹਨਾਂ ਨੇ ਮੁਸ਼ੱਕਤ ਘਾਲੀ। ਨਾਮ ਜਪਿਆ ਪ੍ਰਮਾਤਮਾ ਦਾ। ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਆਪਣੇ ਤੇ ਮੁਖ ਉਜਲੇ ਹੋ ਗਏ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਘਾਲਣਾ ਘਾਲੀ, ਜਿਨ੍ਹਾਂ ਨੇ ਜਤ ਸਤ ਕਮਾਇਆ, ਜਿਨ੍ਹਾਂ ਨੇ ਪ੍ਰਮਾਤਮਾ ਦਾ ਭਾਵ ਰੱਖਿਆ। ਉਹਨਾਂ ਨੇ ਜੀਵਨ ਦੇ ਵਿੱਚ ਆਪ ਤੇ ਉਹਨਾਂ ਦੀ ਛੁੱਟੀ ਹੋ ਗਈ, ਆਪ ਤੇ ਉਹ ਮੁਖ ਉਜਲੇ ਕਰਕੇ ਸੰਸਾਰ ਤੋਂ ਗਏ। ਪਰ ਹੋਰ ਵੀ ਕੀਤੀ ਛੁੱਟੀ ਨਾਲ, ਹੋਰ ਵੀ ਉਹਨਾਂ ਦੇ ਨਾਲ ਜਿੰਨੇ ਵੀ ਸਨ, ਉਹ ਵੀ ਉਹਨਾਂ ਦੀ ਬੰਦ ਖਲਾਸੀ ਵੀ ਇਸ ਅਕਾਲ ਪੁਰਖ ਨੇ ਕਰ ਦਿੱਤੀ। ਉਹਨਾਂ ਦੀ ਬੰਦ ਖਲਾਸੀ ਵੀ ਉਹਨਾਂ ਨੇ ਕਰ ਦਿੱਤੀ ਜਿਨ੍ਹਾਂ ਨੇ ਜਪਿਆ। ਭਾਵ ਜਿਹੜੇ ਜਪਣ ਵਾਲਿਆਂ ਦੀ ਜਿਨ੍ਹਾਂ ਨੇ ਸੰਗ ਕੀਤਾ, ਉਹਨਾਂ ਦੇ ਵੀ ਕਰਮ ਮਿਟ ਗਏ। ਉੱਪਰ ਸਤਿਗੁਰਾਂ ਨੇ ਕਿਹਾ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਤੇ ਇੱਥੇ ਸਤਿਗੁਰੂ ਕਹਿੰਦੇ ਹੋਰ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਫਿਰ ਚੰਗਿਆਈਆਂ ਬੁਰਾਈਆਂ ਨਹੀਂ ਵਾਚੀਆਂ ਜਾਂਦੀਆਂ ਜਦੋਂ ਮਨੁੱਖ ਪ੍ਰਮਾਤਮਾ ਦੇ ਨਾਮ 'ਚ ਜੁੜਦਾ ਹੈ। ਤੇ ਫਿਰ ਜਿਹੜੇ ਜੁੜਨ ਵਾਲਿਆਂ ਦੀ ਸੰਗਤ ਕਰਦੇ ਉਹਨਾਂ ਦੀਆਂ ਚੰਗਿਆਈਆਂ ਬੁਰਾਈਆਂ ਵੀ ਨਹੀਂ ਵਾਚੀਆਂ ਜਾਂਦੀਆਂ। ਫਿਰ ਉਹ ਵੀ ਕੀਤੀ ਛੁੱਟੀ ਨਾਲ ਉਹ ਵੀ ਇਸ ਸੰਸਾਰ ਦੇ ਉੱਤੋਂ ਜਿਹੜਾ ਹੈ ਉਹ ਮੁਕਤੀ ਪ੍ਰਾਪਤ ਕਰਕੇ ਗੁਰੂ ਚਰਨਾਂ ਦੇ ਵਿੱਚ ਜੁੜ ਜਾਂਦੇ ਆ। ਉਹ ਮਨੁੱਖ ਫਿਰ ਸੱਚਖੰਡ ਦੇ ਵਾਸੀ ਹਨ। ਉਹ ਮਨੁੱਖ ਫਿਰ ਪੰਚ ਪ੍ਰਵਾਨ ਜਨ ਹਨ। ਉਹ ਮਨੁੱਖ ਜਿਹੜੇ ਹਨ ਉਹ ਸਚਿਆਰੇ ਹਨ, ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਜਿਨ੍ਹਾਂ ਨੇ ਪ੍ਰਮਾਤਮਾ ਦੀਆਂ ਇਹਨਾਂ ਅਮੋਲਕ ਦਾਤਾਂ ਨੂੰ ਵਰਤ ਕੇ ਉਹਨੂੰ ਯਾਦ ਕੀਤਾ, ਤੇ ਜਿਨ੍ਹਾਂ ਮਨੁੱਖਾਂ ਨੇ ਜਤ ਕਮਾਇਆ, ਸਤ ਕਮਾਇਆ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ, ਆਪਣੇ ਜੀਵਨ ਨੂੰ ਸੱਚੀ ਟਕਸਾਲ 'ਚ ਢਾਲਿਆ, ਸਤ ਸੰਗਤ ਦੀ ਟਕਸਾਲ 'ਚ ਢਾਲ ਕੇ ਤੇ ਜਿਹੜੇ ਮਨੁੱਖ ਉਸ ਦੇ ਦਰ ਤੇ ਪ੍ਰਵਾਨ ਹੋ ਗਏ, ਉਹ ਮਨੁੱਖ ਆਪ ਤੇ ਸਚਿਆਰ ਹੋਏ, ਆਪ ਤੇ ਉਹਨਾਂ ਦੇ ਮੁਖ ਉਜਲੇ ਹੋਏ, ਤੇ ਹੋਰ ਪਤਾ ਨਹੀਂ ਕਿੰਨੇ ਕੁ ਜਾਣਿਆਂ ਨੂੰ ਉਹਨਾਂ ਨੇ ਕੀਤੀ ਛੁੱਟੀ ਨਾਲ ਹੋਰ ਸਾਰੇ ਸੰਸਾਰ ਦੇ ਜਿੰਨੇ ਵੀ ਮਨੁੱਖ ਸਨ ਉਹਨਾਂ ਦੀ ਬੰਦ ਖਲਾਸੀ ਉਹਨਾਂ ਨੇ ਕਰ ਦਿੱਤੀ। ਸੋ ਆਪਾਂ ਇਹ ਜਪਜੀ ਸਾਹਿਬ ਦੀ ਬਾਣੀ ਦੀ ਸਮੁੱਚੀ ਜਿਹੜੀ ਆ ਵਿਚਾਰ ਕੀਤੀ ਹੈ। ਸਮਾਂ ਥੋੜਾ ਵਧੀਕ ਹੋ ਗਿਆ ਤੇ ਮੈਨੂੰ ਸੀ ਕਿ ਕੱਲ ਨੂੰ ਫਿਰ ਇਕੱਲੇ ਸ਼ਲੋਕ ਦੀ ਵਿਆਖਿਆ ਰਹਿ ਜਾਣੀ ਸੀ, ਇਸ ਕਰਕੇ ਮੈਂ ਨਾਲ ਹੀ ਇਹਦੀ ਵਿਆਖਿਆ ਆਰੰਭ ਕਰ ਦਿੱਤੀ। ਸੋ ਅੱਜ ਆਪਾਂ ਇਸ ਜਪਜੀ ਸਾਹਿਬ ਦੀ ਇੱਥੇ ਸਮਾਪਤੀ ਕਰਦੇ ਹਾਂ। ਕੱਲ ਨੂੰ ਆਪਾਂ ਰਹਿਰਾਸ ਸਾਹਿਬ ਦਾ ਪਾਠ ਜਿਹੜਾ ਹੈ ਉਹਦੀ ਵਿਆਖਿਆ, ਉਹਦੀ ਸੰਥਿਆ ਆਰੰਭ ਕਰਾਂਗੇ। ਸੋ ਇੰਨੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੁਣ ਆਪ ਜੀ ਦੇ ਕੋਲ 1-2 ਮਿੰਟ ਹਨ, ਜੇ ਕਿਸੇ ਨੇ ਸਵਾਲ ਕੋਈ ਪੁੱਛਣਾ ਹੈ ਤੇ ਆਪ ਜੀ ਕੋਈ ਸਵਾਲ ਜਿਹੜਾ ਹੈ ਉਹ ਪੁੱਛ ਸਕਦੇ ਹੋ। ਇੰਨੀਆਂ ਕੁ ਆਪ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ। ਮੈਂ ਆਪਣਾ ਮਾਈਕ ਔਨ ਕਰਕੇ ਆਪ ਜੀ ਸਵਾਲ ਪੁੱਛ ਸਕਦੇ ਹੋ। ਵਾਹਿਗੁਰੂ। ਠੀਕ ਹੈ ਜੀ, ਵਾਹਿਗੁਰੂ ਜੀ। ਸਮਾਂ ਕਾਫੀ ਵਧੀਕ ਹੋ ਗਿਆ। ਹਾਂਜੀ, ਗੁਰਪ੍ਰਤਾਪ ਸਿੰਘ। ਵਾਹਿਗੁਰੂ। ਆਵਾਜ਼ ਨਹੀਂ ਆ ਰਹੀ। ਵਾਹਿਗੁਰੂ। ਗੁਰਪ੍ਰਤਾਪ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਵਾਹਿਗੁਰੂ। ਚਲੋ ਠੀਕ ਹੈ ਜੀ, ਆਪਾਂ ਸਮਾਪਤੀ ਕਰਦੇ ਹਾਂ। ਕੋਈ ਨਹੀਂ, ਆਪ ਜੀ ਦਾ ਜੋ ਵੀ ਸਵਾਲ ਹੋਇਆ ਮੈਨੂੰ WhatsApp ਕਰ ਦੇਣਾ ਤੇ ਸਮਾਪਤੀ ਕਰਦੇ ਹਾਂ। ਸਮਾਂ ਵਧੀਕ ਹੋ ਗਿਆ, ਰਹਿਰਾਸ ਦਾ ਸਮਾਂ ਵੀ ਹੈ, ਰਹਿਰਾਸ ਵੀ ਕਰਨੀ ਹੈ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।